औज़ुबिल्लाहि बिस्मिल्लाहिर्रहमानिर्रहीम। अस्सलाम वालेकुम शाहिद भाई, अस्सलाम वालेकुम शाजिब भाई। वालेकुम सलाम। जी जनाब शाजिब भाई, तुसी एवं लेक्चर कर लिया वीडियो कर लिए सॉरी फाइल और डिसीजन के बारे तुसी अगे। जी अच्छा जी, हुण करो गल की कह रहे थे तुसी। ते असां सर लास्ट टाइम ਜਿਹੜੀ ਅਸਾਂ ਅਸੈਂਬਲੀ ਬਣਾਈ ਆਪਣੀ ਸਬ ਅਸੈਂਬਲੀ ਵਿੱਚ ਅਸਾਂ ਰਿਟੇਨਿੰਗ ਵਾਲ ਬਣਾਈ ਸੀ, ਸਿੰਪਲ ਬਣਾਈ ਸੀ, ਠੀਕ ਹੈ। बिल्कुल। ਲੇਕਿਨ ਅਸਾਂ ਨਾ ਇਹ ਮਟੀਰੀਅਲ ਨਾ ਕੰਸਰ ਸੀ, ਠੀਕ ਹੈ, अच्छा ਕਿ ਮਟੀਰੀਅਲ ਅਸਾਂ ਕਿਸ ਤਰ੍ਹਾਂ ਕੱਢਣਾ ਵਾ। ਫਿਰ ਅਸਾਂ ਇੱਥੇ ਆਣ ਕੇ ਲਾਸਟ ਟਾਈਮ ਪੁਆਇੰਟ ਬਣਾਇਆ ਸੀ ਕਿ ਇੱਥੇ ਆਣ ਕੇ ਬਸ ਜਿਹੜਾ 1:1 ਹੀ ਸਲੋਪ ਆ ਰਹੀ ਹੈ, ਠੀਕ ਹੈ, ਐਗਰੀਗੇਟ ਨਹੀਂ, ਠੀਕ ਹੈ, ਇੱਥੇ ਤੱਕ ਹੀ ਆਣ ਕੇ ਕਵਰ ਕਰੇ, ਐਗਰੀਗੇਟ ਨਹੀਂ। ਲੇਕਿਨ ਉਸ ਵਿੱਚ ਜਿਹੜਾ ਡਿਸੀਜਨ ਲੱਗਿਆ ਹੋਵੇ 1:1 ਨਾਲ ਲੱਗਿਆ ਹੋਵੇ, ਐਗਰੀਗੇਟ ਅਗਰ ਬਿਲ ਫਰਜ਼ ਅਸਾਂ ਦੀ ਰਿਟੇਨਿੰਗ ਵਾਲ 1 ਮੀਟਰ ਤੋਂ ਅਬਵ ਵੀ ਅਸੀਂ ਨਾ, ਜਿੱਥੇ ਤੱਕ ਇਸ ਦੀ ਲਿਮਟ ਸੀ ਉੱਥੇ ਤੱਕ ਇਹ ਕੈਲਕੂਲੇਸ਼ਨ ਕਰਨਾ ਰਹੇ ਸੀ। नहीं नहीं, यानी ए मेरे को वे एग्रीगेट ना, ए जी एग्रीगेट है वाला, ठीक है, जी ए सर। एग्रीगेट है, ठीक है। ते अच्छा ये तुसी कह रहे हो अच्छा जी, ਇਹ ਜਿਹੜਾ ਮੇਰਾ ਐਗਰੀਗੇਟ ਹੈ ਇਹ ਮੇਰਾ ਇਸ ਵਕਤ ਖਤਮ ਹੋਇਆ ਵੀ ਜਿਸ ਜਗ੍ਹਾ ਤੇ ਮੇਰੀ ਟ੍ਰੇਨਿੰਗ ਵਾਲਾ ਫੇਸ ਆ ਰਿਹਾ ਨਾ ਵਾਲਾ ਇੱਥੇ जी ਬਿਲਕੁਲ ਕੱਟ ਹੋ ਗਿਆ। ਤੁਹਾਡੇ ਕਹਿਣ ਦਾ ਮਕਸਦ ਇਹ ਹੈ ਕਿ ਇਹ ਐਗਰੀਗੇਟ ਐਕਸਟੈਂਡ ਹੋਵੇਗਾ ਤੇ ਕ੍ਰਾਸ ਕਰੇਗਾ ਰਿਟੇਨਿੰਗ ਵਾਲ ਨੂੰ, ਠੀਕ ਹੈ। जी ਔਰ ਕ੍ਰਾਸ ਕਰਨ ਤੋਂ ਬਾਅਦ ਅੱਗੇ ਫਿਰ 1:1 ਦੀ ਸਲੋਪ ਆਣੀ ਹੈ। नहीं सर, अगर ये इतने तक इस ना उत्ते डिस्टेंस देखो कितना आया, रिटर्निंग एज ऑफ असफाल्ट तो रिटर्निंग वाल तक देखो उत्ते कितना, ਤੇ ਇਹ ਵਾਲਾ थोड़ा जूम तले करो, उत्ते डिस्टेंस नहीं रहेगा। ਇਹ ਆ ਰਿਹਾ ਆਲਮੋਸਟ 33 ਸੈਂਟੀ ਆ ਰਿਹਾ। 33 ਸੈਂਟੀ ਹੁਣ ਇਹ ਸਨ ਕਾਂਸਟੈਂਟ ਨਹੀਂ ਨਾ 33 ਹਾਂ ਸੈਂਟੀ, ਇਹ ਠੀਕ ਸਾਡਾ ਹੈ, ਇਹ ਸਾਡਾ ਵੈਰੀਏਬਲ ਹੈ ਨਾ, ਇਹ ਵੈਰੀ ਸਾਡਾ ਵੈਰੀਏਬਲ। 20 ਵੀ ਹੈ, 25 ਵੀ ਹੈ, 30 ਵੀ ਹੈ, 40 ਵੀ ਹੋ ਸਕਦਾ, ਮੀਟਰ ਵੀ ਹੋ ਸਕਦਾ ਹੈ ਐਸ ਪਰ ਸਾਡੇ ਪਲਾਨ, ਜੀ ਸਰ। ਠੀਕ ਹੈ। ਅੱਛਾ ਜੀ, ਜੀ ਇਸ ਪਲਾਨ ਦੇ ਹਿਸਾਬ ਨਾਲ ਸਾਡਾ ਵੈਰੀਏਬਲ ਹੋਣਾ ਵੇ, ਇਹਨੂੰ ਛੱਡ ਦਿਓ। ਇਹ ਜਿਵੇਂ ਜਿਵੇਂ ਵੈਰੀ ਹੋਵੇਗਾ ਇਹ ਵਧੇਗਾ, ਜਿਸ ਤਰ੍ਹਾਂ ਵਧੇਗਾ ਉਸ ਹਿਸਾਬ ਦੇ ਨਾਲ ਇਹਦੀ ਉੱਤੋਂ ਟੌਪ ਦੀ ਲੈਂਥ ਵਧੇਗੀ, ਆਟੋਮੈਟਿਕਲੀ ਇਹ ਏਰੀਆ ਵੀ ਸਾਡਾ ਜਿਹੜਾ ਨਾ ਇਹ ਵਧੇਗਾ। ਜਦੋਂ ਇਹ ਏਰੀਆ ਵਧੇਗਾ ਇਹ ਜਿਹੜਾ ਐਗਰੀਗੇਟ ਸਾਡਾ ਇਹ ਇਸ ਜਗ੍ਹਾ 'ਤੇ ਸਟਾਪ ਹੈ ਸਾਡਾ ਨਾ, ਇਸ ਜਗ੍ਹਾ 'ਤੇ ਜੀ ਇਹਦੀ ਜਿਹੜੀ ਐਕਸਟੈਂਸ਼ਨ ਹੈ ਇਹ ਵਾਲੀ ਜਿਹੜੀ ਜੋ ਵੀ ਐਕਸਟੈਂਸ਼ਨ ਹੈ ਉਹਦੇ ਵਿੱਚ ਮੇਰੇ ਖਿਆਲ 20 ਸੈਂਟੀ ਹੈ ਕਿ 15 ਸੈਂਟੀ ਹੈ, 15 ਸੈਂਟੀ 6 15 ਮਿਲੀ, ਸੈਂਟੀ। ਠੀਕ ਹੈ ਨਾ। ਇਹ ਸਾਡੀ ਫਿਕਸ ਹੈ। ਉਸ ਤੋਂ ਬਾਅਦ ਇਹ 1:1 ਦੀ ਸਲੋਪ ਹੈ, ਥੱਲੇ ਆਵੇਗਾ, ਠੀਕ ਹੈ ਨਾ। ਜੀ ਲੇਕਿਨ ਜੀ ਇਹ ਜੀ ਥੱਲੇ ਤਾਂ ਹੀ ਆਵੇਗਾ ਅਗਰ ਇਹ ਏਰੀਆ ਮਜ਼ੀਦ ਵਧਿਆ ਹੋਵੇਗਾ ਉੱਤੋਂ ਤੇ। ਜੀ ਮੇਰੀ ਗੱਲ ਨਹੀਂ ਸਮਝੇ, ਮਸਲੇ ਸਮਝ ਇਹ ਗਏ। 33 ਸੈਂਟੀ ਤੇ ਨਾ 33 ਸੈਂਟੀ ਤੱਕ ਰਹੇਗਾ, ਫਰਜ਼ ਕਰ ਲਓ, ਤੇ ਇਹ 1:1 ਦੀ ਸਲੋਪ ਆਵੇਗੀ, ਇਹ ਆ ਕੇ ਟਕਰਾ ਜਾਵੇਗੀ। ਅਗਰ ਮੰਨ ਲਓ ਕਿ ਇਹ ਜਿਹੜੇ ਨਾ 50 ਸੈਂਟੀ ਹੋ ਜਾਂਦਾ ਉੱਪਰੋਂ, 50 ਸੈਂਟੀ ਹੋਵੇਗਾ, ਠੀਕ ਹੈ ਨਾ, ਵੱਧ ਜਾਏਗਾ ਟੌਪ ਤੋਂ, ਤੇ ਫਿਰ ਇਹ ਸਲੋਪ ਜੇ ਤੇ ਮੇਰੀ ਮੁਕੰਮਲ ਹੋ ਗਈ ਜਾ ਕੇ ਇਸ ਪੁਆਇੰਟ ਤੋਂ ਤੇ ਇਸ ਪੁਆਇੰਟ ਤੋਂ ਜਿੱਥੇ ਟਕਰਾਉਂਦੇ ਨੇ ਉੱਥੋਂ ਤੱਕ ਸਾਡਾ ਪੂਰਾ ਇਹ ਬਣ ਜਾਵੇਗਾ। ਫਿਰ ਜਿਤਨਾ ਏਰੀਆ ਬਚ ਜਾਵੇਗਾ ਉਤਨੇ ਏਰੀਏ ਦੀ ਫਿਲਿੰਗ ਹੋ ਗਈ ਐਗਰੀਗੇਟ ਤੋਂ ਇਲਾਵਾ ਜੋ ਵੀ ਹੈ ਮਟੀਰੀਅਲ ਆ ਵਾਲਾ ਜਿਹੜਾ ਹੋਏਗਾ ਵਾਲਾ, ਤੇ ਸਾਡਾ ਫਿਰ ਜੀ ਇਹ ਵਾਲ ਆਵੇਗਾ। ਇੱਕ ਕੰਡੀਸ਼ਨ ਜੀ ਤੇ ਇਹ ਹੋ ਗਈ, ਠੀਕ ਹੈ। ਜੀ ਹੁਣ ਇਹ ਚੀਜ਼ ਡਿਸਾਈਡ ਹੋਣੀ ਹੈ ਸਾਡੀ ਟੌਪ ਦੇ ਰਾਊਂਡ, ਜੀ ਠੀਕ ਹੈ ਨਾ, ਟੌਪ ਜੀ ਤੋਂ ਸਰ। ਡਿਸਾਈਡ ਹੋਵੇਗੀ। ਹੁਣ ਤੁਸੀਂ ਦੱਸੋ ਇਹ ਚੀਜ਼ ਕਲੀਅਰ ਹੋ ਗਈ। ਸੈਕਿੰਡ ਕੀ ਤੁਸੀਂ ਕਹਿੰਦੇ ਸੋ? ਸੈਕਿੰਡ ਮੈਂ ਉਸ ਦੋਸਤ ਨੂੰ ਇਹ ਕਿਹਾ ਸੀ ਕਿ ਅਸੈਂਬਲੀ ਵਿੱਚ ਸਭ ਅਸੈਂਬਲੀ 'ਚ ਮੈਂ ਕੋਈ ਪ੍ਰੋਬਲਮ ਨਹੀਂ, ਕੋਈ ਇਸ਼ੂ ਨਹੀਂ, ਮੈਂ ਸਿਰਫ ਇੱਕ ਟਾਈਮ ਤੱਕ ਡਿਸੀਜਨ ਸਿਰਫ ਕੱਟ ਫੇਲ ਨਾਲ ਲਾਇਆ ਸੀ ਅਸਾਂ, ਅੱਛਾ ਠੀਕ ਹੈ। ਉਸ ਹੈ ਠੀਕ ਹੈ, ਤੁਸਾਂ ਨਹੀਂ ਹੁਣ ਅੱਗੇ ਤੇਰੀ ਕੀ ਹੋਰ ਰਿਕੁਆਇਰਡ ਮੈਂ ਲਿੰਕ ਲਾ ਸਕਦਾ ਐਗਜ਼ਿਲਰੀ ਪੁਆਇੰਟਾਂ ਨਾਲ ਵੀ ਮੈਂ ਪਤਾ ਵੇ ਕਿ ਹਿਸਾਬ ਇਹਨਾਂ ਨਾਲ, ਠੀਕ ਹੈ। ਲੇਕਿਨ ਮੈਂ ਇੱਥੇ ਚਾਹਨਾ ਵਾਂ ਕਿ ਮੇਰਾ ਕਿਉਂਕਿ ਅਸਾਂ ਤੇ ਸੀਕੁਐਂਸ ਵਿੱਚ ਜਾ ਰਹੇ ਹਾਂ ਤੇ ਮੈਂ ਲਾ ਮਟੀਰੀਅਲ ਕੈਲਕੂਲੇਟ ਕਰਨਾ ਵੇ, ਠੀਕ ਹੈ, ਇਸੀ ਰੋਡ ਨਾਲ।
ਤੇ ਮੈਂ ਇੱਥੇ ਕੋਈ ਐਸੇ ਡਿਸੀਜਨ ਜਾਂ ਕੋਈ ਐਸਾ ਲਿੰਕ ਲਾ ਕੇ ਦੇ ਸਕਦਾ, ਕੋਈ ਐਸਾ ਡਿਸੀਜਨ ਹੋਵੇ ਕਿ ਮੇਰੀ ਜਾਂ ਇਹ ਰਿਟੇਨਿੰਗ ਵਾਲ ਤੋਂ ਐਜ ਆਫ ਨੀ ਵਿਡਥ ਵਧੇ, ਠੀਕ ਹੈ, ਤੇ ਮੇਰਾ ਜਿਹੜਾ ਐਗਰੀਗੇਟ ਹੈ ਔਰ ਸਬ ਬੇਸ ਜਿਹੜਾ ਵੀ ਹੈ ਵੇ ਜਾਂ ਜ਼ਹਿਰੀ ਗੱਲ ਹੈ ਅਗਾਂ ਵੱਧਸੀ ਤੇ ਮੇਰੇ ਪਲਾਨ ਵਿੱਚ ਅੱਗੇ 1 ਮੀਟਰ ਵੀ ਹੈ ਵੇ 84 ਸੈਂਟੀ ਵੀ ਹੈ ਵੇ ਤੇ ਮਾਂ ਐਗਰੀਗੇਟ ਵੀ ਆਵੇ ਔਰ ਮੇਰਾ ਸਬ ਬੇਸ ਵੀ ਆਵੇ, ਠੀਕ। ਉਸ ਫਿਰ ਆਖੇ ਮੁਸ਼ਕਿਲ ਨਹੀਂ, ਤੂੰ ਬੜਾ ਛੋੜ ਤੇ ਲਿੰਕ ਮੈਂ ਕਰ ਦੇ ਸਾਂ, ਕੋਡਿੰਗ ਮੈਂ ਕਰ ਦੇ ਸਾਂ ਸਾਰੇ। ਫਿਰ ਉਸ ਐਗਜ਼ਿਲਰੀ ਪੁਆਇੰਟ ਨਾਲੇ ਲਿੰਕ ਸ਼ਿੰਕ ਲਾ ਕੇ ਹੁਣ ਅਸਾਂ ਨਾ ਜਿਸ ਟਾਈਮ ਮੈਂ ਐਸਾ ਰਨ ਕੀਤਾ ਨਾ ਜੁਮੇ ਦੇ ਦਿਨ ਨਾ ਮਾਰਨਿੰਗ ਵਿੱਚ ਇਸ ਐਗਰੀਗੇਟ ਵੀ ਕੱਢਿਆ ਅੱਛਾ ਜੀ, ਐਗਰੀਗੇਟ ਵੀ ਪੂਰਾ ਆਇਆ ਮੇਰਾ, ਉਹ ਜੇ ਠੀਕ ਹੈ। ਸਬ ਬੇਸ ਹੈ ਵੇ, ਠੀਕ ਹੈ। ਹੂੰ ਸਬ ਬੇਸ ਵੀ ਅੱਗੇ ਜਿੱਥੇ ਜਿੱਥੇ ਆ ਰਿਹਾ ਨਾ, ਤੁਸੀਂ ਆਫਸੈਟ ਵਾਲਾ ਜ਼ਰਾ ਜਿਹਾ ਥੋੜਾ ਜਿਹਾ ਪਿੱਛੇ ਰਿਟੇਨਿੰਗ ਵਾਲ ਤੋਂ ਲੈ ਕੇ ਜਾਓ, ਠੀਕ ਹੈ। ਦੇਖੋ ਐਗਰੀਗੇਟ ਵੀ ਹੈ ਔਰ ਸਬ ਬੇਸ ਵੀ ਜਿਹੜਾ ਹੈਗਾ ਨਾ ਉਹ ਪ੍ਰੋਪਰਲੀ ਦੇ ਰਿਹਾ। हेलो देखो ठीक है, मैं समझ लग गई, मैं वही कह ठीक है। जी अच्छा सही चीज़ सी ਤੇ ਉਹ बस ਸਾਇੰਸ ਦੀ ਕੁਆਂਟੀਟੀ ਦੇਣੀ ਸੀ बस ਜੀ ताड़ी गल खत्म हो गई। ਜੀ ਸਰ। अच्छा हूँ ਇਹਦੇ ਵਿੱਚ ਤੁਹਾਨੂੰ ਪ੍ਰੋਬਲਮ ਕੀ ਆਈ ਹੈ? ਇਸ ਵਿੱਚ ਸਰ ਮੈਂ ਲਿੰਕਾਂ ਨਾ ਇਸਨੇ ਐਗਜ਼ਿਲਰੀ ਪੁਆਇੰਟ ਜਿਹੜੇ ਲਾਏ ਨੇ ਨਾ AL25 20 AP2 21 26 ਇਹ ਜਿਹੜੇ ਸੀ ਲਿੰਕ ਉਸ ਲਾਏ ਨੇ, ਠੀਕ ਹੈ। ਨਾਰਮਲੀ ਤੇ ਮੈਂ ਉਸਾ ਇਹ ਹੀ ਬਣਾ ਕੇ ਦਿੱਤੇ ਨੇ, ਇੱਕ ਸ਼ੋਲਡਰ ਵੀ ਬਣਾ ਕੇ ਦਿੱਤਾ ਹੈ ਤੇ ਇੱਕ ਮੈਂ ਉਸਾ ਰਿਟੇਨਿੰਗ ਵਾਲ ਵੀ ਬਣਾ ਕੇ ਦਿੱਤੀ ਸੀ ਜਿਸ ਤਰ੍ਹਾਂ ਮੈਂ ਅੱਗੇ ਬਣਾਈ ਸੀ ਪਹਿਲੇ, ਯਾਦ ਨੇ? ਇਹ ਫਿਰ ਉਸ ਲਿੰਕ ਔਰ ਡਿਸੀਜਨ ਵਿੱਚ ਲਾ ਦਿੱਤੇ ਨੇ। ਤੁਹਾਡਾ ਮਸਲਾ ਹੱਲ ਹੋਇਆ ਕਿ ਨਹੀਂ ਹੋਇਆ ਇਹ ਦੱਸੋ। ਜੇ ਮੇਰਾ ਕੁਆਂਟੀਟੀ ਨੇ ਸਾਲ ਤੱਕ ਮਸਲਾ ਹੱਲ ਹੋ ਗਿਆ, ਲੇਕਿਨ ਅੱਲਾ ਇਸ ਨਾਲ ਮਾਂ ਜਦੋਂ ਤੁਸੀਂ ਅੱਗੇ ਵੈਸੋ ਤੇ ਇਸ ਵਿੱਚ ਮਾਂ ਮਜ਼ੀਦ ਜ਼ਹਿਰੀ ਗੱਲ ਮੈਂ ਤੁਸੀਂ ਅੱਲਾ ਡਿਸੀਜਨ ਹੈ ਕੀ ਸਾਲ ਹੈ ਘੱਟ ਐਂਡ ਫੇਲ ਅੱਲਾ ਅੱਗੇ ਲਸਨ ਸਬ ਅਸੈਂਬਲੀ ਵਿੱਚ ਕੰਮ ਇਤਨਾ ਨਹੀਂ ਹੋਇਆ ਨਾ, ਅੱਲਾ ਮੇਰਾ ਇਤਨੇ ਨਹੀਂ ਲੈਕਚਰ ਹੋਏ ਤੁਸੀਂ ਨਾਲ ਤੁਸੀਂ ਮੈਂ ਇਤਨੇ ਨਹੀਂ ਦਿੱਤੇ ਸਬ ਅਸੈਂਬਲੀ ਵਿੱਚ, ਅਸੀਂ ਨਾਲੋਂ ਨਾਲ ਦੂਆ ਵੀ ਪੇ ਕਵਰ ਕਰਦੇ ਹਾਂ। ਮੈਂ ਤਾਂ ਤੁਸੀਂ ਭੇਜੀ ਕਿ ਮੈਂ ਸਰ ਇਸ ਵਿੱਚੋਂ ਐਗਜ਼ੀਕਿਊਸ਼ਨ ਕੀਤੀ ਕੁਆਂਟੀਟੀ ਬਸ। ਦੇਖੋ ਠੀਕ ਹੈ, ਇਹ ਡਿਸੀਜਨ ਜੇ ਤੁਸੀਂ ਜਿਹੜੀ ਕੰਡੀਸ਼ਨ ਘੱਲੀ ਨਾ ਜਿਸ ਆਪਣੇ ਦੋਸਤ ਨੂੰ, ਜਿਹੜਾ ਵੀ ਦੋਸਤ ਜੀ ਐਕਸ ਵਾਈ ਜ਼ੈਡ ਜੀ ਜੀ ਉਹਨੇ ਤੁਹਾਨੂੰ ਲਾ ਕੇ ਵਾਪਸ ਘਰ ਛੱਡਿਆ, ਠੀਕ ਹੈ। ਠੀਕ ਤੁਹਾਡਾ ਮਸਲਾ ਹੱਲ ਹੋ ਗਿਆ। ਅਸਲ ਵਿੱਚ ਤੁਹਾਡਾ ਮਸਲਾ ਇਹ ਨਹੀਂ ਹੈ, ਤੁਹਾਡਾ ਮਸਲਾ ਇਹ ਵੇ ਕਿ ਜਿਸ ਤਰ੍ਹਾਂ ਅਸੀਂ ਬਾਕੀ ਤੁਸੀਂ ਹੁਣ ਵੇਖੋ ਨਾ ਕਿ ਕਿੰਨੇ ਇਤਮਾਦ ਨਾਲ ਕਹਿੰਦੇ ਪਏ ਹੋ ਵੀ ਬਾਕੀ ਸਾਰਾ ਕੰਮ ਮੈਂ ਕਰ ਲਿਆ, ਐਗਜ਼ਿਲਰੀ ਪੁਆਇੰਟ ਮੈਂ ਕਰ ਲੈਣੇ, ਹਰ ਚੀਜ਼ ਮੈਂ ਕਰ ਲਈ, ਮੈਨੂੰ ਡਿਸੀਜਨ ਦਾ ਨਹੀਂ ਪਤਾ ਤਾਂ ਮੈਂ ਡਿਸੀਜਨ ਵਾਸਤੇ ਤੁਸੀਂ ਉਹਦਾ ਰਾਬਤਾ ਕੀਤਾ, ਹੁਣ ਤੁਹਾਨੂੰ ਲਾ ਕੇ ਦਿੱਤੇ। ਜਦੋਂ ਅਸੀਂ ਡਿਸੀਜਨਾਂ ਦੇ ਉੱਪਰ ਜਾਵਾਂਗੇ ਨਾ, ਡਿਸੀਜਨ ਦੇ ਉੱਪਰ ਜਾਵਾਂਗੇ, ਡਿਸੀਜਨ ਲਾਵਾਂਗੇ, ਮੁਖਤਲਿਫ ਚੀਜ਼ਾਂ ਲਾਵਾਂਗੇ। ਮਿਸਾਲ ਦੇ ਤੌਰ 'ਤੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਵਿਖਾਉਂਦਾ ਵਾਂ, ਠੀਕ ਹੈ ਨਾ, ਸ਼ਾਇਦ ਤੁਹਾਨੂੰ ਆਈਡੀਆ ਕਲੀਅਰ ਹੋਵੇ। ਅਸੀਂ ਹਾਲੇ ਉੱਥੇ ਗਏ ਨਹੀਂ ਹੈਗੇ ਜੀ। ਓਪਨ ਇੱਥੇ ਇਹ ਫਾਈਲ ਪਈ ਜੀ ਮੇਰੇ ਖਿਆਲ ਦੇ ਨਾਲ ਸ਼ਾਹਦ ਭਾਈ ਦੇ ਲੈਕਚਰ 'ਚ ਪਈ ਡਾਟਾ ਪ੍ਰੋਜੈਕਟ ਡਾਟਾ ਫॉर ਹਾਈਵੇ ਲਾਨ ਟਿਪੀਕਲ। ਹੁਣ ਵੇਖੋ ਮੈਂ ਤੁਹਾਨੂੰ ਥੋੜਾ ਜਿਹਾ ਨਾ ਆਈਡੀਆ ਦੇਣ ਲੱਗਾ ਬਸ ਜ਼ਰਾ, ਤਾਂ ਕਿ ਤੁਹਾਨੂੰ ਇਹਨੂੰ ਕਹਿੰਦੇ ਨੇ ਮਲਟੀਪਲ ਕੰਡੀਸ਼ਨਸ ਨਾ ਜੀ। ਮਸਲਨ ਕੋਈ ਬੈਂਚ ਵਗੈਰਾ ਦੇ ਰੋਡ ਅਗਰ ਆ ਜਾਣ ਨਾ ਕਦੀ, ਇਹ ਵੇਖੋ ਸਾਡੇ ਕੋਲ ਟਿਪੀਕਲ ਪਏ ਨੇ, ਠੀਕ ਹੈ ਨਾ, ਇਹ ਕੁਝ ਟਿਪੀਕਲਸ ਨੇ, ਠੀਕ ਹੈ। 100 ਮੀਟਰ ਦਾ ਟਿਪੀਕਲ ਹੈ, ਠੀਕ ਹੈ, ਮੀਡੀਅਨ ਹੈ, ਮੁਖਤਲਿਫ ਟਿਪੀਕਲ ਨੇ, ਠੀਕ ਹੈ। ਇਹ ਇਹਦੀ ਕੰਡੀਸ਼ਨ ਲਿਖੀ ਹੋਈ ਹੈ ਨਾ, ਠੀਕ ਹੈ। ਹੁਣ ਫਿਲ ਸਲੋਪ ਦੀ ਕੋਈ ਕੰਡੀਸ਼ਨ ਹੈ, ਕੱਟ ਸੈਕਸ਼ਨ ਦੀ ਵੀ ਕੋਈ ਕੰਡੀਸ਼ਨ ਹੈ। ਅੱਗੋਂ ਕੱਟ ਸੈਕਸ਼ਨ ਦੀਆਂ ਦੋ ਟਾਈਪਾਂ ਨੇ, ਅਗਰ ਰॉक ਕੱਟ ਹੈ ਫਿਰ ਇਹ ਕੰਡੀਸ਼ਨ ਫਾਲੋ ਹੋਣੀ ਹੈ, ਅਗਰ ਕੱਟ ਸੈਕਸ਼ਨ ਅਰਥ ਹੈ ਫਿਰ ਇਹ ਹੋਣੀ ਹੈ, ਠੀਕ ਹੈ। ਹੁਣ ਉਹ ਕੀ ਕਹਿ ਰਿਹਾ, ਕਹਿੰਦਾ 0 ਤੋਂ ਲੈ ਕੇ 1 ਮੀਟਰ ਤੱਕ ਫਿਲ ਹੋਵੇਗੀ ਨਾ, ਤੇ ਸਾਡੇ ਜਿਹੜੀ ਸਾਈਡ ਸਲੋਪ ਹੈ ਨਾ ਉਹ 6:1 ਹੋਵੇਗੀ, ਠੀਕ ਹੈ। ਅਗਰ 1 ਮੀਟਰ ਤੋਂ ਲੈ ਕੇ 3 ਮੀਟਰ ਤੱਕ ਹੋਵੇਗੀ, ਠੀਕ ਹੈ, ਤੇ 4:1 ਹੋਵੇਗੀ। 3 ਮੀਟਰ ਤੋਂ ਲੈ ਕੇ ਤੇ 5 ਮੀਟਰ ਤੱਕ ਹੋਵੇਗੀ ਤੇ 3:1, ਤੇ 5 ਮੀਟਰ ਤੋਂ ਲੈ ਕੇ ਉੱਤੇ ਜਿੰਨੀ ਵੀ ਹੋਵੇਗੀ ਨਾ ਉਹ ਸਾਡੀ ਸਾਰੀ ਦੀ ਸਾਰੀ ਜਿਹੜੀ ਹੋਵੇਗੀ ਉਹ 2:1 ਹੋਵੇਗੀ, ਠੀਕ ਹੈ। ਠੀਕ ਹੋ ਗਿਆ। ਉਸ ਤੋਂ ਬਾਅਦ ਮਜ਼ੀਦ ਉਹ ਕੀ ਕਹਿ ਰਿਹਾ ਵੇ
ਇੱਥੇ ਚੈੱਕ ਕਰ ਲਵੋ। ਅੱਗੋਂ ਕਹਿ ਰਿਹਾ ਕਿ ਅਗਰ ਸਾਡੀ ਜਿਹੜੀ ਹਾਈਟ ਹੈ 12 ਮੀਟਰ ਤੱਕ ਹੈ, ਠੀਕ ਹੈ ਨਾ, 12 ਮੀਟਰ ਜੀ। ਤੱਕ ਹੈ, ਤੇ ਫਿਰ ਅਸੀਂ ਬੈਂਚ ਦੇਣਾ ਇੱਕ 3 ਮੀਟਰ ਦਾ, ਠੀਕ ਹੈ। ਠੀਕ ਹੈ ਲਿਹਾਜ਼ਾ ਸਰ। ਇਹ ਕੰਡੀਸ਼ਨਾਂ ਜਿਹੜੀਆਂ ਹੈ ਨਾ ਇਹ ਥੋੜ੍ਹੀ ਜਿਹੀ ਐਡਵਾਂਸ ਨੇ, ਠੀਕ ਹੈ ਨਾ। ਮਸਲਨ ਤੁਸੀਂ ਹੁਣ ਜੀ। ਇਹ ਜਿਹੜੀ ਚੀਜ਼ ਆਪਣੇ ਦੋਸਤ ਨਾਲ ਸ਼ੇਅਰ ਕੀਤੀ ਹੈ ਨਾ, ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੋਣੀ ਹੈ ਜਿਹਦੀ ਵਜ੍ਹਾ ਨਾਲ ਤੁਹਾਨੂੰ ਐਮਰਜੈਂਸੀ ਸੀ ਤੇ ਤੁਸੀਂ ਕਰ ਰਹੇ ਹੋ, ਜੀ ਇਹਦੇ ਸਰ। ਵਿੱਚ ਵੀ ਕੋਈ ਐਡਾ ਔਖਾ ਕੰਮ ਨਹੀਂ ਹੈਗਾ ਨਾ। ਮਸਲਨ ਅਗਰ ਤੁਸੀਂ ਵੇਖੋ ਅਗਰ, ਠੀਕ ਹੈ ਨਾ, ਇਹ ਜਿਹੜੀ ਚੀਜ਼ ਨੇ ਇਹ ਵਾਲੀ ਇਹ ਜਿਹੜੀ ਚੀਜ਼ ਹੈ ਇਹ ਜੀ। ਥੋੜ੍ਹਾ ਜਿਹਾ ਤੁਹਾਨੂੰ ਮੈਂ ਇੱਕ ਚੀਜ਼ ਸਮਝਾ ਦਿਆਂ ਜ਼ਰਾ। ਹੁਣ ਇਹ ਤੁਹਾਡਾ ਐਗਰੀਗੇਟ ਹੈ, ਇਹ ਤੁਹਾਡਾ ਸਬ ਗ੍ਰੇਡ ਹੈ, ਠੀਕ ਹੈ ਨਾ। ਠੀਕ ਹੋ ਗਿਆ ਸਰ। ਇਹਦਾ ਇਹ ਪੁਆਇੰਟ ਤੇ ਇਹਦਾ ਇਹ ਪੁਆਇੰਟ, ਠੀਕ ਹੈ ਨਾ, ਇਹ ਵਾਲਾ ਪੁਆਇੰਟ ਜਿਹੜਾ ਜੀ। ਇਹ ਡਿਸਾਈਡ ਹੋਣਾ ਤੁਹਾਡੇ ਪਲਾਨ ਤੋਂ। ਜੀ ਸਰ। ਇਹਨਾਂ ਨੂੰ ਡਿਸਾਈਡ ਕਿਹਨੇ ਕਰਨਾ ਵੇ? ਇਹਨਾਂ ਨੂੰ ਡਿਸਾਈਡ ਕਰਨਾ ਵੇ ਤੁਹਾਡੇ ਇਸ ਪੁਆਇੰਟ ਨੇ, ਜਿਹੜਾ ਇਹ ਪੁਆਇੰਟ ਹੈ, ਇਹ ਵਾਲਾ, ਇਹ ਸਮਝ ਆ ਰਹੀ ਹੈ? ਜਿਹੜਾ ਤੁਹਾਡਾ ਜੀ ਇਹ ਸਰ। ਪੁਆਇੰਟ ਨਾ, ਇਹ ਵਾਲਾ ਰਿਟੇਨਿੰਗ ਵਾਲ ਦਾ ਇਹ ਪੁਆਇੰਟ ਹੈ। ਅਗਰ ਇਸ ਪੁਆਇੰਟ ਦੀ ਵਿਡਥ ਜਿਹੜੀ ਹੈ ਨਾ, ਵਿਡਥ, ਠੀਕ ਹੈ, ਜੀ। ਉਹ 30 ਸੈਂਟੀ ਤੋਂ ਲੈਸ ਹੋਵੇ ਜਾਂ 50 ਸੈਂਟੀ ਤੋਂ ਲੈਸ ਹੋਵੇ ਤੇ ਫਿਰ ਉਸ ਇਹ ਫਾਲੋ ਕਰੇ। ਇਹ ਵੱਧ ਜਾਵੇ, ਹੁਣ ਸਾਨੂੰ ਇੱਥੋਂ ਲੈ ਕੇ ਨਾ ਇਹ ਟਾਪ ਦੀ ਐਸਫਲਟ ਤੋਂ ਲੈ ਕੇ ਇਹ ਜਿਹੜੀ ਹਾਈਟ ਹੈ ਨਾ ਤੁਹਾਡੀ, ਇਹ ਕਿੰਨੀ ਬਣਦੀ ਹੈ? ਅਗਰ ਤੁਸੀਂ ਵੇਖੋ, ਅਗਰ ਜਿਹੜਾ ਉਸ ਭਾਈ ਨੇ ਕੰਮ ਕੀਤਾ ਹੋਵੇ, ਮੈਂ ਤੁਹਾਨੂੰ ਇੱਕ ਆਈਡੀਆ ਦੇ ਦੇਣ ਲੱਗਾ ਵਾਂ, ਠੀਕ ਹੈ ਨਾ। ਇਹ ਵੇਖੋ, ਤੁਸੀਂ ਆ ਜਾਓ ਨਾ, ਇਹ ਇਸ ਜਗ੍ਹਾ ਦੀ ਇਸ ਟਿਪੀਕਲ ਦੇ ਉੱਤੇ ਇਹ, ਠੀਕ ਹੈ ਨਾ। ਜੀ। ਦੇਖੋ ਇਹ ਸਾਡੀ ਫਿਕਸ ਹੈ ਵਾਲੀ ਐਸਫਲਟ, ਜੀ ਸਰ। ਇਹ ਵੀ ਸਾਡੀ ਫਿਕਸ ਹੈ। 1 ਮੀਟਰ 16 ਸੈਂਟੀ ਕਿੰਨਾ ਮੈਂ 1 ਮੀਟਰ 16 ਸੈਂਟੀ। ਯਾਨੀ ਅਗਰ ਸਾਡੀ ਰਿਟੇਨਿੰਗ ਵਾਲ ਨਹੀਂ ਨਾ ਹੈਗੀ ਤੇ ਇਹ 1 ਮੀਟਰ 16 ਸੈਂਟੀ ਸਾਡਾ ਬਣਨਾ ਹੀ ਬਣਨਾ। ਠੀਕ ਹੋ ਗਿਆ ਸਰ। ਕੋਈ ਇਹਦੇ 'ਚ ਕੋਈ ਪ੍ਰੋਬਲਮ, ਕੋਈ ਮੁਸ਼ਕਲ ਨਹੀਂ ਸਰ, ਕੋਈ ਮਸਲ ਰਿਟੇਨਿੰਗ ਵਾਲ ਨਾ ਹੋਵੇ ਤੇ 1 ਮੀਟਰ 16 ਤੱਕ ਸਾਡੀ ਇਹ ਵਿਡਥ ਇਨਕਰੀਜ਼ ਹੋਣੀ ਹੈ। ਸਾਡੀ ਇਹ ਜਿਹੜੀ ਸਬ ਗ੍ਰੇਡ ਦੀ ਸਲੋਪ ਆਣੀ ਹੈ 1:1, ਇੱਥੇ ਆ ਕਲੋਜ਼ ਹੋਣੀ ਹੈ, 1 ਮੀਟਰ 16 ਸੈਂਟੀ ਬਣਦਾ ਹੈ। ਜੀ ਸਰ। ਯਾਨੀ ਕਿ ਅਗਰ ਹੁਣ ਇਸ ਪੁਆਇੰਟ ਤੋਂ ਸਾਡੀ ਜਿਹੜੀ ਸਾਡੀ ਰਿਟੇਨਿੰਗ ਵਾਲ ਵੀ ਇਸੇ ਪੁਆਇੰਟ ਤੋਂ ਸਟਾਰਟ ਹੋ ਰਹੀ ਹੈ ਨਾ। ਜੀ ਸਰ। ਹੁਣ ਅਗਰ ਜਿਹੜਾ ਰਿਟੇਨਿੰਗ ਵਾਲ ਦਾ ਫਾਸਲਾ ਵੇ ਜੇ ਤੇ ਉਹ ਲੈਸ ਦੈਨ ਹੋਵੇ ਇਸ ਤੋਂ, ਠੀਕ ਹੋ ਗਿਆ ਸਰ। ਯਾਨੀ 1 ਮੀਟਰ ਤੋਂ ਇਹ ਪੁਆਇੰਟ ਸਾਡਾ ਜਿਹੜਾ ਵੀ ਹੋਵੇਗਾ P2.x, ਠੀਕ ਹੈ ਨਾ, ਠੀਕ ਹੋ ਗਿਆ ਸਰ। ਮਾਈਨਸ ਜਿਹੜਾ ਅੱਗੇ ਪੁਆਇੰਟ ਲੱਗੇਗਾ ਸਾਡਾ ਇਹ ਵਾਲਾ, ਇਹ ਮੇਰਾ P2 ਹੋ ਗਿਆ, ਫਰਜ਼ ਕਰ ਰਿਹਾ ਵਾਂ, ਇਹ ਮੇਰਾ P3 ਹੋ ਗਿਆ। ਠੀਕ ਹੋ ਗਿਆ ਸਰ। P2.x minus P3.x is equal to or less than 1 meter 16 ਕਿੰਨਾ 1 ਮੀਟਰ 16 ਸੈਂਟੀ। ਯਾਨੀ ਇਹ ਫਾਸਲਾ ਜੇ 1 ਮੀਟਰ 16 ਤੋਂ ਘੱਟ ਹੋਇਆ ਤਾਂ ਕੀ ਹੋਵੇਗਾ? ਮੇਰੀ ਇਹ ਕੰਡੀਸ਼ਨ ਫਾਲੋ ਹੋਵੇਗੀ, ਇਹ ਵਾਲੀ ਡਾਇਰੈਕਟ ਰਿਟੇਨਿੰਗ ਵਾਲ ਲੱਗੇਗੀ। ਠੀਕ ਹੋ ਗਿਆ ਸਰ। ਗੱਲ ਸਮਝ ਆ ਰਹੀ ਕਿ ਨਹੀਂ ਆ ਰਹੀ? ਜੀ ਜੀ ਆ ਰਹੀ ਸਰ। ਯਾਨੀ ਕਿ ਇਸ ਪੁਆਇੰਟ ਦਾ x ਤੇ ਇਸ ਪੁਆਇੰਟ ਦਾ x ਅਗਰ 1 ਮੀਟਰ 60 ਤੋਂ ਘੱਟ 16 ਤੋਂ ਘੱਟ ਵੇ ਤਾਂ ਕੀ ਫਾਲੋ ਕਰੇਗਾ? ਉਹ ਫਿਰ ਜਿਹੜੀ ਕੰਡੀਸ਼ਨ ਅਸੀਂ ਉਹਨੂੰ ਦਿਆਂਗੇ ਨਾ ਉਹਨੂੰ ਉਹ ਫਾਲੋ ਕਰੇਗਾ, ਠੀਕ ਹੈ ਨਾ। ਉਹ ਕੰਡੀਸ਼ਨ ਕੀ ਹੋਣੀ ਹੈ? ਉਹ ਰਿਟੇਨਿੰਗ ਵਾਲ ਹੋਣੀ ਹੈ। ਜੀ ਜੀ। ਅਗਰ ਉਹ ਫਾਸਲਾ ਗ੍ਰੇਟਰ ਦੈਨ ਨੇ ਜਾਂ ਇਜ਼ ਇਕੁਅਲ ਟੂ 1.16 ਤੋਂ ਤੇ ਉਹ ਸਾਡੀ ਉਹ ਚੀਜ਼ ਫਾਲੋ ਕਰੇਗਾ। ਇੱਕ ਕੰਮ ਇੱਕ ਤਰੀਕੇ ਨਾਲ ਨਹੀਂ ਹੁੰਦਾ ਹੈਗਾ, ਠੀਕ ਹੈ ਨਾ। ਹੁਣ ਇਹ ਜਿਹੜਾ ਟਿਪੀਕਲ ਬਣਿਆ ਹੋਇਆ ਨਾ, ਇਹ ਤੁਸੀਂ ਕਰ ਲਿਆ, ਇਹਦੇ 'ਚ ਹਾਲੇ ਇਵੈਂਟ ਇੱਕ ਐਰਰ ਹੈਗਾ ਵੇ, ਲੇਕਿਨ ਚਲੋ ਪਰ ਉਹਦੇ ਬਾਵਜੂਦ ਤੁਸੀਂ ਕਹਿੰਦੇ ਵੇ ਜੀ ਉਹਨੇ ਕੰਮ ਕਰ ਲਿਆ ਵੇ, ਠੀਕ ਹੈ ਨਾ। ਇਹਦੇ ਵਿੱਚ ਵੀ ਕੀ ਉਹਨੇ ਕੀਤਾ ਵੇ ਇਹ ਵੇਖ ਲਓ। ਮੈਨੂੰ ਨਹੀਂ ਪਤਾ P6.x ਲੈਸ ਦੈਨ P5.x, ਟਰੂ ਤੇ ਫਾਲਸ। ਟਰੂ 'ਚ ਕੀ ਹੋਵੇਗਾ? ਜੀ ਜੀ। ਟਰੂ 'ਚ ਜਾਵੇਗਾ ਜਨਾਬ ਮੇਰੀ ਪੇਵ ਡੈਪਥ ਟੂ, ਠੀਕ ਹੈ, ਡੈਲਟਾ x ਡੈਲਟਾ y। ਜੇ ਜਿਸ ਤਰ੍ਹਾਂ ਅਸੀਂ ਇਹਨੂੰ ਸਟੱਡੀ ਕਰਾਂਗੇ ਨਾ ਤਾਂ ਚੀਜ਼ਾਂ ਕਲੀਅਰ ਹੋ ਜਾਣਗੀਆਂ। ਲੇਕਿਨ ਅਸੀਂ ਇਹਨੂੰ ਸਟੱਡੀ, ਤੁਸੀਂ ਇਹਨੂੰ ਵੀ ਸਟੱਡੀ ਕਰੋ ਪਰ ਅਸੀਂ ਵੀ ਉਹਨੂੰ ਬਣਾਵਾਂਗੇ ਫਿਲਹਾਲ ਇਨਸ਼ਾਅੱਲਾ।
ਨਹੀਂ ਇਨਸ਼ਾਅੱਲਾ ਪੜਾਵਾਂਗੇ। ਓਏ ਸਰ ਮੈਂ ਐਮਰਜੈਂਸੀ ਵਾਸਤੇ ਜ਼ਰੂਰਤ ਸੀ ਕਿਤੇ ਉਸ ਰੋਡ ਨਹੀਂ ਕੁਆਂਟੀਟੀ ਵਾਸਤੇ ਮੈਂ ਉਹਨੂੰ ਦੇ ਦਿੱਤਾ ਸੀ। ਠੀਕ ਹੈ ਨਾ। ਔਰ ਤੇ ਹੁਣ ਜਿਸ ਹਾਂ, ਟਾਈਮ ਹੁਣ ਅਸੀਂ ਜਿਹੜਾ ਇਨਸ਼ਾਅੱਲਾ ਮੇਨ ਕੰਮ ਸੀ ਸਾਡਾ, ਜਿਹਦੇ ਵਾਸਤੇ ਅਸੀਂ ਆਪਣੇ ਰੂਟੀਨ 'ਚ ਚੱਲਨੇ ਪਏ ਸਨ, ਉਹਦੀ ਤਰਫ ਮੈਂ ਆਵਾਂ। ਤੁਸੀਂ ਮੈਨੂੰ ਇਹ ਜੀ ਦੱਸੋ ਸਰ ਕਿ ਜਿਹੜਾ ਕੰਮ ਤੁਹਾਨੂੰ ਮੈਂ ਕਿਹਾ ਸੀ ਤੁਸੀਂ ਉਹ ਕੀਤਾ ਕਿ ਨਹੀਂ ਕੀਤਾ? ਕੀਤੇ ਸਰ ਲੇਕਿਨ ਉਹ ਪ੍ਰੋਪਰ ਨਹੀਂ ਹੋਇਆ, ਲੇਕਿਨ ਸਵੇਰ ਤੋਂ ਮੈਂ ਫਾਈਲ ਭੇਜਦਾ ਇਨਸ਼ਾਅੱਲਾ। ਮੈਂ ਜਿਹੜੀ ਤੁਹਾਨੂੰ ਗੱਲ ਕਹੀ ਸੀ ਉਹ ਵਾਲੀ, ਕਿ ਤੁਸੀਂ ਮੈਨੂੰ ਅੱਗੇ ਉਹ ਦਿਓਗੇ ਤੇ ਮੈਂ ਫਿਰ ਅੱਗੇ ਚੱਲਣਾ ਨਾ ਜੀ ਸਰ ਕਰੇ। ਠੀਕ ਹੈ ਨਾ। ਅੱਜ ਅਸੀਂ ਹੁਣ ਸਿੰਪਲ ਇੱਕ ਚੀਜ਼ ਹੈ, ਡਿਸੀਜਨ ਹੈ, ਠੀਕ ਹੈ ਨਾ, ਇਹਦੇ ਬਾਰੇ ਡਿਸਕਸ ਕਰ ਲੱਗੇ ਹਾਂ। ਠੀਕ ਹੈ। ਸਟਾਰਟ ਦੇ ਵਿੱਚੋਂ ਅਸੀਂ ਇਹਨੂੰ ਵੇਖ ਰਹੇ ਹਾਂ ਕੀ ਚੀਜ਼ ਹੈ, ਕਿਸ ਤਰ੍ਹਾਂ ਕਰਨਾ ਹੈ, ਕੀ ਇਹਦਾ ਫਾਇਦਾ ਵੇ, ਇਹ ਤੋਂ ਅਸੀਂ ਕੀ ਕੀ ਕਰ ਸਕਦੇ ਹਾਂ, ਜਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਅਸੀਂ ਇਹਨੂੰ ਇਸਤੇਮਾਲ 'ਚ ਲਿਆ ਸਕਦੇ ਹਾਂ। ਠੀਕ ਹੈ। ਜੀ ਨਾਰਮਲ ਇਹਨੂੰ ਨਵੇਂ ਮੈਂ ਸੇਵ ਕਰਾਂਗਾ। ਠੀਕ ਹੈ। ਇਹਦੇ ਵਿੱਚ ਇੱਕ ਹੋਰ ਆਪਸ਼ਨ ਵੀ ਹੈਗੀ ਹੈ ਨਾ, ਸਬ ਅਸੈਂਬਲੀ 40 ਦੇ ਵਿੱਚ ਇੱਕ ਡਿਫਾਈਨ ਹੈ, ਇਹ ਸਾਨੂੰ ਕੋਡ ਦੇਣੇ ਪੈਂਦੇ ਨੇ ਨਾ ਇਨਸ਼ਾਅੱਲਾ। ਇੱਥੇ ਮੈਂ ਤੁਹਾਨੂੰ ਦਿਆਂਗਾ ਲੈਕਚਰ, ਕੋਡਾਂ ਨੂੰ ਵੀ ਸਾਡੀ ਜਾਨ ਛੁੱਟ ਜਾਵੇਗੀ ਨਾ। ਅੱਛਾ ਹਾਂਜੀ, ਉਹ ਅਸੀਂ DAY ਤੇ 16 ਅੰਡਰਸਕੋਰ DCI precision। ਤੇ ਇਹਨੇ ਦਿਨਾਂ ਤੋਂ ਤੁਸੀਂ ਹੁਣ ਕੀ ਕਰਦੇ ਰਹੇ ਹੋ ਸਰ ਸ਼ਾਹਦ ਜੀ ਭਾਈ? ਉੱਥੇ ਡਿਊਟੀ ਕੀਤੀ ਬਸ। ਉਹ ਤਨਖਾਹ ਸ਼ਨਾਹ ਦਿੱਤੀ ਨਾ ਦਿੱਤੀ? ਜੀ ਸਾਡੀ ਤਨਖਾਹ ਮਿਲੀ ਤੇ ਇਹ ਸੀ ਸਰ ਜੀ ਕਿ ਵੀਜ਼ਾ ਲੱਗਦਾ ਨਾ ਤੇ ਫਿਰ ਤਾਂ ਬੰਦਾ ਪ੍ਰੋਪਰ ਹੋ ਜਾਂਦਾ। ਤੇ ਸ਼ਾਹਜ਼ੇ ਭਾਈ ਵੀਜ਼ੇ ਵੂਜ਼ੇ ਨਹੀਂ ਲੱਗ ਰਹੇ, ਕੀ ਮਸਲਾ ਹੈ? ਸਰ ਉਹ ਬਸ ਥੋੜਾ ਜਿਹਾ ਹੀ ਟਾਈਮ ਸੀ, ਲੇਕਿਨ ਹੁਣ ਲੱਗ ਰਹੇ ਨੇ ਵੀਜ਼ੇ, ਲੱਗ ਰਹੇ ਨੇ ਅਲਹਮਦੁਲਿਲਾ। ਮੇਰਾ ਕਜ਼ਨ ਨਾਲ ਵੀ ਲੱਗਿਆ, ਕੱਲ ਹੀ ਵੀਜ਼ਾ ਨਿਕਲੇ ਤੇ ਇਨਸ਼ਾਅੱਲਾ ਪਰਸੋਂ ਉਸ ਨਾਲ ਮੈਡੀਕਲ ਹੈ, ਹੂੰ ਇਨਸ਼ਾਅੱਲਾ ਹੁਣ ਇਹ ਸਰ ਵੀਜ਼ੇ ਜੀ ਲੱਗ ਮੇਰਾ ਰਹੇ। ਜਿਹੜਾ ਮੇਰਾ ਹੋਇਆ ਨਾ ਉੱਥੋਂ ਬਾਹਰੋਂ ਲਵਾਇਆ, ਉਸ ਤੋਂ ਬਾਅਦ ਅਗਲੇ ਦਿਨ ਖਬਰ ਆਈ ਹੈ ਕਿ ਹਾਂ ਹੁਣ ਲੱਗਣ ਲੱਗੇ। ਮੈਂ ਕਿਹਾ ਮੇਰੇ ਹੀ ਪੈਸੇ ਲਵਾਉਣੇ ਸੀ। ਚਲੋ ਕੋਈ ਗੱਲ ਨਹੀਂ। ਅੱਛਾ ਜੀ, ਸ਼ਾਹਜ਼ੇ ਭਾਈ ਤੇ ਸ਼ਾਹਦ ਭਾਈ ਡਿਸੀਜਨ ਅਸਲ 'ਚ ਕੀ ਕਰਦਾ ਵੇ, ਇਹ ਇੱਕ ਦੋ ਕੰਡੀਸ਼ਨਾਂ ਨੂੰ ਲੈ ਕੇ ਨਾ ਇੱਕ ਤੀਸਰੀ ਚੀਜ਼ ਪ੍ਰੋਵਾਈਡ ਕਰਦਾ ਵੇ। ਇਹਦਾ ਮੈਂ ਇਹਨੂੰ ਸਟਾਰਟ ਕਰਨ ਤੋਂ ਪਹਿਲਾਂ ਥੋੜਾ ਜਿਹਾ ਓਵਰਵਿਊ ਮੈਨੂੰ ਉਮੀਦ ਹੈ ਤੁਹਾਨੂੰ ਪਤਾ ਹੀ ਹੋਣਾ ਵੇ। ਠੀਕ ਹੈ, ਲੇਕਿਨ ਫਿਰ ਵੀ ਇੱਕ ਆਈਡੀਆ ਵਾਸਤੇ ਨਾ ਜ਼ਰਾ ਮੈਂ ਤੁਹਾਨੂੰ ਹਲਕਾ ਜਿਹਾ, ਅਗਰ ਨਹੀਂ ਕਲੀਅਰ ਤੇ ਇਫ ਦੇ ਬਾਰੇ ਇਨਫੋਰਮੇਸ਼ਨ ਹੈ ਨਾ ਤੁਹਾਨੂੰ ਦੋਵਾਂ ਨੂੰ, ਇਫ ਕੀ ਕੰਡੀਸ਼ਨ ਹੈ, ਐਕਸਲ ਦੇ ਵਿੱਚ ਅਸੀਂ ਇਫ ਯੂਜ਼ ਕਰ ਰਹੇ ਹਾਂ। ਜੀ ਬਸ ਸਰ ਮੈਂ ਤਾਂ ਕਨਕੈਟੀਨੇਟ ਹੀ ਕੀਤਾ ਥੋੜਾ ਜਿਹਾ, ਜ਼ਿਆਦਾ ਨਹੀਂ ਪਤਾ। ਚਲੋ ਕੋਈ ਮਸਲਾ ਨਹੀਂ। ਤੁਹਾਨੂੰ ਸ਼ਾਹਜ਼ੇ ਭਾਈ ਇਫ ਦੇ ਬਾਰੇ ਹੈ ਗ੍ਰਿਪ ਥੋੜੀ ਜੀ, ਮਲਟੀਪਲ ਇਫ ਲਾ ਸਕਦੇ ਹੋ। ਇਫ ਦੇ ਵਿੱਚ ਫਿਰ ਇਫ ਕਿੰਝ ਲਾਣਾ ਹੋਵੇ, इतनी ज़्यादा डिटेल नहीं, लेकिन नहीं, इतना नहीं। पता है फिर तो मसला पता है। मुश्किल नहीं। देखो इज इक्वल टू इफ। ਹੁਣ ਇਹਦੇ ਵਿੱਚ ਦੋ ਕੰਡੀਸ਼ਨਾਂ ਤੁਸੀਂ ਦੇਣੀਆਂ ਨੇ, ਠੀਕ ਹੈ ਨਾ। ਇੱਕ ਲੌਜੀਕਲ ਟੈਸਟ ਦੇਣਾ ਉਹਨੂੰ, ਤੇ ਦੋ ਕੰਡੀਸ਼ਨ ਉਹਦੇ ਚ ਤੁਹਾਨੂੰ ਟਰੂ ਔਰ ਫਾਲਸ ਦੇਣਾ ਵੇ। ਹੁਣ ਇਹ ਚੀਜ਼ਾਂ ਇਸ ਤਰ੍ਹਾਂ, ਜਿਸ ਤਰ੍ਹਾਂ ਮੈਂ ਦੱਸਣ ਡਿਆ, ਲੌਜੀਕਲ ਟੈਸਟ, ਵੈਲਿਊ, ਇਫ ਟਰੂ, ਇਹ ਥੋੜ੍ਹੀਆਂ ਕਨਫਿਊਜ਼ ਕਰਦੀਆਂ ਨੇ। ਮੈਂ ਤੁਹਾਨੂੰ ਇੱਕ ਸਿੰਪਲ ਤੇ ਨਾਰਮਲ ਜਿਹੀ ਛੋਟੀ ਜਿਹੀ ਮਿਸਾਲ ਦਿੰਦਾ ਵਾਂ ਕਿ ਦੇਖੋ ਇਫ ਕੀ ਕਰਦਾ ਵੇ। ਮਸਲਨ ਇਫ ਵਾਸਤੇ ਇਫ ਨੂੰ ਜਦੋਂ ਇਸਤੇਮਾਲ ਕਰਨਾ ਤਿੰਨ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। ਨੰਬਰ 1 ਜਿਹਦੇ ਵਾਸਤੇ ਇਫ ਇਸਤੇਮਾਲ ਕੀਤਾ ਜਾ ਰਿਹਾ। ਨੰਬਰ 2 ਦੋ ਚੀਜ਼ਾਂ ਦਾ ਇਖਤਿਆਰ, ਉਹਨਾਂ ਦੋਵਾਂ 'ਚ ਉਹਨੇ ਇੱਕ ਚੀਜ਼ ਤੁਹਾਨੂੰ ਦੇਣੀ ਹੈ। ਮਿਸਾਲ ਦੇ ਤੌਰ ਤੇ ਮੈਂ ਕਹਿੰਦਾ ਵਾਂ, ਇਹਨੂੰ ਮੈਂ ਆਪਣੀ ਨਾਰਮਲ ਰੂਟੀਨ ਦੀ ਲਾਈਫ 'ਚ ਲੈ ਕੇ ਆਉਣਾ। ਜਿਸ ਤਰ੍ਹਾਂ ਅਸੀਂ ਘਰ 'ਚ ਗੱਲਾਂ ਕਰਨੇ ਆ, ਕੋਈ ਸ਼ਾਦੀ ਹੋਵੇ, ਕੋਈ ਸਮਾਨ ਲੈਣਾ ਹੋਵੇ, ਤੇ ਤੁਸੀਂ ਅਕਸਰ ਅਸੀਂ ਇਸ ਇਫ ਨੂੰ ਇੰਨਾ ਕੁ ਇਸਤੇਮਾਲ ਕਰਨੇ ਆ, ਪਰ ਕੀ ਅਸੀਂ ਇਹਨੂੰ ਗੌਰ ਨਹੀਂ ਕਰਦੇ। ਮਸਲਨ ਮੈਂ ਤੁਹਾਡੇ ਨਾਲ ਗੱਲ ਕਰਨ ਆ, ਮੈਂ ਤੁਹਾਨੂੰ ਕਹਿੰਦਾ ਸ਼ਾਹਜ਼ੇ ਭਾਈ ਤੁਸੀਂ ਮਾਰਕੀਟ ਚੱਲੇ ਹੋ ਲੈਣ, ਠੀਕ ਹੈ, ਸਮਾਨ ਲੈਣ। ਅਗਰ ਉੱਥੇ ਅੰਬ ਆਏ ਹੋਏ ਪਾਕਿਸਤਾਨੀ ਤੇ ਮੇਰੇ ਵਾਸਤੇ 2 ਕਿਲੋ ਲੈ ਆਇਓ, ਨਹੀਂ ਤੇ ਨਾ ਲਿਆਇਓ। ਹੁਣ ਇਹਦੇ ਵਿੱਚ ਵੇਖੋ, ਇੱਕ ਸ਼ਾਹਜ਼ੇ ਪਰਸਨ ਵੀ ਮੌਜੂਦ ਹੈ, ਠੀਕ ਹੈ, जी ਮਾਰਕੀਟ ਦੇ ਵਿੱਚ ਅੰਬ ਵੀ ਮੌਜੂਦ ਨੇ, ਠੀਕ ਹੈ, ਤੇ ਨਹੀਂ ਵੀ ਮੌਜੂਦ। ਯਾਨੀ ਤਿੰਨ ਚੀਜ਼ਾਂ ਮੌਜੂਦ ਨੇ। ਤਿੰਨਾਂ ਚੀਜ਼ਾਂ ਦੇ ਵਿੱਚ ਹੁਣ ਲੌਜੀਕਲ ਟੈਸਟ ਕੀ ਹੈ
ਕਿ ਉੱਥੇ ਚੈੱਕ ਕਰਨਾ ਨੇ ਕਿ ਅੰਬ ਹੈ ਨੇ ਤੇ ਲੈਣੇ ਨੇ, ਨਹੀਂ ਤੇ ਨਹੀਂ ਲਿਆਣੇ। ਮਿਸਾਲ ਦੇ ਤੌਰ ਤੇ ਇੱਕ ਹੋਰ ਅਸੀਂ ਨਾਰਮਲ ਜਿਹੀ ਚੀਜ਼ ਦੇਣੇ ਆ। ਮੈਂ ਕਹਿੰਦਾ ਸ਼ਾਹਦ ਭਾਈ ਅਗਰ ਤੁਹਾਡਾ ਵੀਜ਼ਾ ਲੱਗ ਗਿਆ, ਤੁਸੀਂ ਦੁਬਈ ਰਹੇ ਹੋ, ਨਹੀਂ ਤੇ ਵਾਪਸ ਪਾਕਿਸਤਾਨ ਆ ਜਾਓ। ਹੁਣ ਇਹਦੇ 'ਚ ਲੌਜੀਕਲ ਟੈਸਟ ਕੀ ਹੈ ਭਲਾ? ਵੀਜ਼ਾ ਵੀਜ਼ਾ, ਕਿ ਵੀਜ਼ਾ ਲੱਗੇਗਾ ਤੇ ਉੱਥੇ ਰਹਿਣਾ, ਨਹੀਂ ਤੇ ਵਾਪਸ। ਠੀਕ ਹੈ ਨਾ? ਸੇਮ ਵੀ ਇਸ ਤਰੀਕੇ ਦੇ ਨਾਲ ਜਿਸ ਵਕਤ ਅਸੀਂ ਇਸ ਇਫ ਨੂੰ ਆਪਣੀ ਇੰਜੀਨੀਅਰਿੰਗ ਦੇ ਵਿੱਚ ਲੈ ਕੇ ਆਨੇ ਆ ਨਾ, ਉਹਦੇ ਵਿੱਚ ਵੀ ਸਾਨੂੰ ਲੌਜੀਕਲ ਟੈਸਟ ਦੇਣਾ ਹੁੰਦਾ ਵੇ। ਠੀਕ ਹੈ ਨਾ? ਮਗਰ ਇਫ ਲਗਾਉਣ ਤੋਂ ਪਹਿਲਾਂ ਸਾਨੂੰ ਇਹ ਜਿਹੜੀ ਚੀਜ਼ ਕਨਫਿਊਜ਼ ਕਰਦੀ ਹੈ ਨਾ, ਉਹ ਵੇ ਲੌਜੀਕਲ ਟੈਸਟ। ਕਿ ਲੌਜੀਕਲ ਟੈਸਟ ਮੇਰਾ ਕੀ ਹੋਵੇਗਾ? ਮਿਸਾਲ ਦੇ ਤੌਰ ਤੇ ਹੁਣ ਤੁਸੀਂ ਕਹਿਣਾ ਜੀ ਲੌਜੀਕਲ ਟੈਸਟ, ਇਹ ਤਾਂ ਸਮਝ ਆ ਗਈ ਕਿ ਭਾਈ ਵੀਜ਼ਾ ਲੱਗੇਗਾ ਤੇ ਮੈਂ ਜਾਵਾਂਗਾ, ਨਹੀਂ ਤੇ ਨਹੀਂ ਆਵਾਂਗਾ, ਇਹ ਤਾਂ ਸਮਝ ਆ ਗਈ। ਮਗਰ ਜਿਸ ਵਕਤ ਅਸੀਂ ਕੰਮ ਕਰਨਾ ਵੇ ਆਪਣੀ ਰੂਟੀਨ ਦੀ ਵਰਕਿੰਗ ਵਿੱਚ, ਉਹਦੇ ਵਿੱਚ ਲੌਜੀਕਲ ਨੂੰ, ਜਿਹੜਾ ਲੌਜੀਕਲ ਟੈਸਟ ਵੇ, ਉਹਨੂੰ ਕਿਸ ਤਰ੍ਹਾਂ ਪਹਿਚਾਣਨਾ ਹੈ। ਠੀਕ ਹੈ ਨਾ? ਉਹ ਚੀਜ਼ਾਂ ਨੇ ਇਹ ਵਾਲੀਆਂ। ਇਫ 0 ਤੋਂ ਲੈ ਕੇ 1 ਮੀਟਰ ਤੱਕ ਇਹ ਹੋਵੇਗਾ। ਅਗਰ 1 ਮੀਟਰ ਤੋਂ ਵੱਧ ਗਿਆ ਤੇ ਇਹ ਹੋਵੇਗਾ। ਹੁਣ ਲੌਜੀਕਲ ਟੈਸਟ ਕੀ ਨੇ ਸਾਡੇ? ਇਹ ਵਾਲੇ। ਸਮਝ ਆ ਰਹੀ ਹੈ? ਲੌਜੀਕਲ ਸਾਈਡ ਟੈਸਟ ਕੀ ਨੇ? ਇਹ ਵਾਲੇ। ਇਹਨੂੰ ਜ਼ਰਾ ਹੋਰ ਮਜ਼ੀਦ ਆਸਾਨ ਕਰਨੇ ਆ। ਮੈਂ ਇਸ ਜਗ੍ਹਾ ਤੇ ਇੱਕ ਪੁਆਇੰਟ ਲਗਾਉਣਾ ਵਾ, ਸਿੰਪਲ ਪੁਆਇੰਟ। ਠੀਕ ਹੈ? ਇਹ ਪੁਆਇੰਟ ਮੇਰਾ 0,0। ਠੀਕ ਹੈ? ਇਸ ਤੋਂ ਬਾਅਦ ਮੈਂ ਇੱਕ ਸਰਫੇਸ ਕ੍ਰੀਏਟ ਕਰ ਲੈਣਾ ਵਾ। ਠੀਕ ਹੈ? ਇਹਨੂੰ ਮੈਂ ਕਹਿ ਦਿੰਦਾ ਵਾ NGL। ਠੀਕ ਹੈ? NGL। ਠੀਕ ਹੈ? ਇੱਕ ਮੈਂ ਪੁਆਇੰਟ ਹੋਰ ਲਗਾਉਣਾ। ਠੀਕ ਹੈ? ਹੁਣ ਮੇਰੀ ਕੰਡੀਸ਼ਨ ਕੀ ਵੇ? ਮੈਂ ਕਹਿੰਦਾ ਜਨਾਬੇ ਦੀ -1 ਮੀਟਰ, -2, ਠੀਕ ਹੈ? ਮੇਰੀ ਕੰਡੀਸ਼ਨ ਕੀ ਹੈ? ਹੁਣ ਮੈਂ ਕਹਿੰਦਾ ਜੀ ਅਗਰ 2 ਮੀਟਰ ਤੱਕ ਮੇਰੀ ਕੋਈ ਚੀਜ਼ ਫਿਲਿੰਗ ਹੋਵੇ ਨਾ, ਠੀਕ ਹੈ, ਤੇ ਮੇਰੇ ਕੋਲ ਜਿਹੜੀ ਹੈ ਨਾ ਸਲੋਪ ਇਹ ਹੋਵੇ। ਅਗਰ 2 ਮੀਟਰ ਤੋਂ ਜ਼ਿਆਦਾ ਹੋਵੇ ਤੇ ਮੇਰੀ ਸਲੋਪ ਜਿਹੜੀ ਹੈ ਨਾ ਇਹ ਹੋਵੇ। ਠੀਕ ਹੈ? ਡਿਸੀਜਨ ਹੁਣ ਤੁਸੀਂ ਇੱਥੇ ਤੇ ਕੋਈ ਲੌਜਿਕ ਬਣਾ ਕੇ ਦੇ ਸਕਦੇ ਹੋ। ਕੀ ਹੈ? ਜੀ ਸ਼ਾਹਦ ਭਾਈ ਤੁਸੀਂ ਦੱਸੋ ਜਰਾ। सब Hello. पहले जी ਦੱਸੋ ਜਰਾ। इसने ज़रा पॉइंट सामने करो, एक बार दोबारा रिपीट करियो कि इसने करना ਮਤਲਬ ਮੈਂ क्यों स्क्रीन में आइट होवे नहीं, स्क्रीन में ना रुक जानी। ਨਹੀਂ ਹੁਣ ਇਸ ਟਾਈਮ ਸਕਰੀਨ ਨਜ਼ਰ ਨਹੀਂ ਆ ਰਹੀ, ਸ਼ੇਅਰ ਨਹੀਂ ਹੋ ਰਹੀ। जी आ रही है सर। ਮਸਲਾ ਮੇਰੇ ਕੋਲ ਇੱਕ ਹੈ ਸਰਫੇਸ ਹੈ, ਇੱਕ ਹੈ ਪੁਆਇੰਟ ਹੈ, ਇੱਥੇ .1 ਹੈ, ਇੱਥੇ .2 ਹੈ। ਠੀਕ ਹੈ? .2 ਮੈਂ ਕਰ ਦੇਣਾ ਜਨਾਬੇ ਲਈ L, X ਮੈਂ ਕਰ ਦਿੰਦਾ ਵਾਂ 0.50 L। ਚਲੋ ਆਸਾਨੀ ਹੋਈ ਹੈ ਹੋਰ ਜ਼ਰਾ। ਠੀਕ ਹੈ? ਸਰ NGL ਸਰਫੇਸ ਬਹੁਤ ਡੀਪ ਚ ਨਾ, ਇਸ ਕੋਲ ਮੇਰੇ ਕੋਲ ਪ੍ਰੋਪਰ ਨਹੀਂ ਆ ਰਿਹਾ। -2 ਮੀਟਰ ਹੈ, -0.50। फोटो स्क्रीन पे होना चाहिए। जी सर असा डेल्टा X एंड डेल्टा Y लाया।
only 0.1 delta x delta y from point फ्रॉम पॉइंट कोई मसला नहीं x मेरा डेल्टा x डेल्टा y जो मर्जी होए 2 मीटर 2 मीटर करो साथ जैसे वो सब असेंबली को प्रॉब्लम आ गई है प्रोग्राम सही तरह इंस्टॉल नहीं मेरे को हुआ ना दफ्तर में तंग किया है बाजू का सम टाइम प्रॉब्लम आती नहीं है सर। हाँ जी मैं बाजू का किधर प्रॉब्लम आ रही नहीं है तो सर हम ऑटो डेस्क ना अकाउंट है अकाउंट है लेकिन साइन इन नहीं हो गया पता नहीं कि मसले होंगे जो वो जो साइन इन है साइन इन नहीं हो गया ਅਸੀਂ ਵੀ ਲੋਕੀ ਤਾਂ ਫ੍ਰੀ ਲੱਭਦੇ ਆ ਨਾ ਫ੍ਰੀ ਤਾਂ ਨਹੀਂ ਹੁੰਦਾ स्टूडेंट वर्जन डाउनलोड करो सर वही करने हो अच्छा जी डेल्टा एक्स डेल्टा वाई ये नब्बे दूसरा पॉइंट वाई एक्स में करना जनाबे भी 1 मीटर ठीक ਹਾਂ ਹੁਣ ਹੋਇਆ अच्छा जी टारगेट सरफेस NGL ठीक है इन्होंने कर देना 1 मीटर ठीक है ठीक होगा सर माइनस लो जी हूँ सर मैं चाहना वा कि पॉइंट 2 तो ना मेरी एक स्लोप आवे ठीक है जी आगे सरफेस से टकरावे लेकिन मेरी कंडीशन है कि अगर मेरा सरफेस 0 तो लैके 1 मीटर तक में ना तो मेरी स्लोप 1:4 होवे अगर 1 मीटर तो ज़्यादा हो जाए तो मेरी स्लोप 1:2 हो हूँ मेरे को दो स्लोपां ने एक स्लोप मेरे को जी मैं अचीव करनी है वो 1:4 है एक स्लोप मेरे को 1:2 है यानी कि दोनों चीज़ों की एक चीज़ होनी है ठीक है ना मसला ना हूँ मैं अपने लॉजिक को किस तरह पहचानना है डिसीजन कम किस तरह करता है ठीक है ना मैं तो 1 मिनट चला के या 5 मिनट चला के तो दस देगा मगर यदा जो सीक्वेंस का कम करना सीक्वेंस है ना वो देखो हूँ तुम जो भी कोई काम करना हो ना कोई भी चीज़ लैनी है ठीक है उन्होंने दोनों जो एक चीज़ ताड़ी जरूर होनी है मसलन यहाँ से सरफेस जोड़ा वो 1 मीटर तक होगा तो स्लोप 1:4 आ जाएगी तो यहाँ ये हो सकता है कि स्लोप जी है ना 1 मीटर तो ज़्यादा डाउन हो तो 1:2 आवे यानी एक चीज़ ट्रू होनी है जी चीज़ हो जानी है ना मसलन जी कंडीशन लॉजिक जिस टाइम साडा मैच हो जाएगा जी चीज़ होनी है वो साड़ी ट्रू होगी दूसरी साड़ी फॉल्स होगी ठीक है ठीक हो हूँ इसे लॉजिक की साढ़े को दो स्लोपां ने 1:4 तो 1:2 जी हूँ एक कि बेस से लगनी है या किस लॉजिक की बेस से लगेगी ये डिसाइड करेगी साड़ी फिल वो फिल भी हो सकती है वो कट भी हो सकती है वो कोई विड्थ भी हो सकती है वो कुछ भी हो सकता है ठीक है ना कोई भी चीज़ साड़ी हो सकती है बस जरूरी नहीं है कि वो डिसीजन फिल ते लगते हैं होर भी बहुत सारिया कंडीशन होंदियां ने हुण मैं सिंपल ज़्यादा जो मेजर काम साडा कट एंड फिल नाल ही पैंदा ज़्यादातर ठीक है ना तो असीं उह ते फोकस करने हुण तुसीं दस्सो जरा मैनूं कि इहदे उत्ते मैं किस तरह अपना लॉजिक बिल्ड करा क्या तुहाडे दोवां चों बंदा दस सकदा ठीक है सर एक पॉइंट लो इस विच और एंटर करो कित्थे एंटर करा इस असेंबली विच पाओ पॉइंट अच्छा जी दस्सो जरा नहीं पॉइंट नहीं पाना तुसीं मैनूं नहीं डिसीजन नहीं लॉजिक तुसीं मैनूं दस्सो ना किस बेस ते तुसीं कर लगे ए लो डिसीजन लग गया ए लो ਤੁਹਾਨੂੰ ਸ਼ਾਜ਼ੇ ਭਾਈ ਆਣਾ ਚਾਹੀਦਾ ਕਿ ਤੁਸੀਂ ਪਹਿਲਾਂ ਕੀਤਾ ਹੋਵੇ
ਅੱਛਾ ਜੀ ਦੱਸੋ, ਇਹ ਤਾਂ ਡਿਸੀਜਨ ਆ ਗਿਆ, ਦੱਸੋ ਅੱਗੇ ਹੁਣ। ਜੀ ਸ਼ਾਹਦ ਫਿਰ ਸਾਹਿਬ। ਇੱਥੇ ਕੰਡੀਸ਼ਨ ਵਿੱਚ ਸਰ ਲਓ ਸੇ ਜ਼ਰਾ ਜਿਹਾ ਫਾਰਮੂਲਾ ਇੱਕ ਲਓ। ਕੀ ਲਾਓ ਅਗਰ F P2 ਹੈਲੋ P2 लेकिन इस एक पहले सर पॉइंट ऐड कर सा ना जड़ा असानी सरफेस आन के लग सी एक पॉइंट ठीक है ਨਹੀਂ ਤੁਸੀਂ ਮੈਨੂੰ ਤੁਸੀਂ ਨਾ ਪੁਆਇੰਟ ਨਾ ਸਮਝਾਓ, ਤੁਸੀਂ ਮੈਨੂੰ ਜਿਸ ਤਰ੍ਹਾਂ ਮੈਂ ਬੋਲ ਕੇ ਤੁਹਾਨੂੰ ਸਮਝਾਉਣ ਦਿਆਂ ਨਾ, ਮੈਨੂੰ ਕਰੈਕਟ ਫਰੇਮਵਰਕ ਕੀ ਆ, ਕਿਸ ਬੇਸ ਤੇ ਮੈਂ ਕੋਈ ਚੀਜ਼ ਜੱਜ ਕਰਨੀ ਹੈ, ਮੈਨੂੰ ਉਹ ਤੁਸੀਂ ਦੱਸੋ। हेलो तो सर सरफेस नहीं बेस उते जज करना ना ऐसा अगर 1 मीटर है वे ठीक है अगर 1 मीटर है वे ते उस विच 1:4 ਦੀ ਸਲੋਪ ਲੱਗ ਸੀ ਉਹ ਕਿਸ ਤਰ੍ਹਾਂ ਚੈੱਕ ਕਰਾਂ, ਉਹਦੇ ਵਾਸਤੇ ਮੈਨੂੰ ਕੀ ਕਰਨਾ ਪਏਗਾ ਦੱਸੋ ਨਾ ਮੈਨੂੰ। ਪੁਆਇੰਟ ਲਾਵਾਂ ਕਿੱਥੇ, ਪੁਆਇੰਟ ਲਾਵਾਂ ਐਕਸਿਲਰੀ ਇੱਕ ਪੁਆਇੰਟ ਉਸ ਇਹ ਐਲ ਐਕਸਿਲਰੀ ਪੁਆਇੰਟ ਲੱਗ ਗਿਆ ਐਲ। डिसीजन तो पहले लगना ਸੀ अच्छा गुड। हेलो स्लोप टू सरफेस करो इस ना हेलो स्लोप को सरफेस कर दिया हेलो लो जी। नहीं इस ना ਅਸੀਂ ਸਰ to surface में P2 ऐसे सर स्लोप टू सरफेस नहीं हो लगा की होएगा तो जरा क्लिक करो उसमें दे लो डेल्टा एक्स ऑन सरफेस करो सर हेलो जी ते फ्रॉम हेलो पॉइंट एनजीएल लग गया ठीक हो गया सर और डिसीजन इस ना कनेक्ट करो सर हेलो ते ਹੁਣ ਅਸੀਂ ਡਿਸੀਜਨ ਵਿੱਚ ਕਲਿੱਕ ਕਰੋ ਸਰ हेलो ਹੁਣ ਇੱਥੇ ਲਿਖੋ ਸਰ फिर P2 dot y वाई greater than AP1 dot y AP1 dot y P2 dot y देखो मेरी गल सुनो ਜਿਹੜੀ ਜੋ ਸਾਡੀ ਰਿਕੁਆਇਰਮੈਂਟ ਹੈ ਜ਼ਰਾ ਉਹਨੂੰ ਆਪਣੇ ਜ਼ਿਹਨ 'ਚ ਦੁਹਰਾਓ ਤੇ ਉਹਦੇ ਟੋਟੇ ਕਰੋ। ਇੱਕ ਪੇਪਰ ਉੱਪਰ ਲਿਖੋ, ਸਾਹਮਣੇ ਲਿਖ ਕੇ ਨਾ ਉਹਨੂੰ ਵੇਖੋ, ਉਹਦੇ ਨਾਲ ਗੱਲਾਂ ਕਰੋ, ਫਿਰ ਹੋਣਾ। ਹਾਂਜੀ नहीं है टाइम लगाया करो। नहीं सर जहन में नहीं आ रहा लेकिन इसी तरह ही तुसा समझाया ऐसी जहन में नहीं आ रहा एक ही फिर ट्राई कर लो 2 मिनट में रुक जाना वा ਤੁਸੀਂ ਸ਼ਾਹਦ ਭਾਈ ਦੱਸੋ ਜਰਾ। ਇਹ ਜਿੰਨਾ ਉਹਨਾਂ ਦੱਸਿਆ ਇਹ ਮੈਨੂੰ ਸਰ ਜੀ ਉਹਨਾਂ ਦੱਸਿਆ ਤਾਂ ਮੈਨੂੰ ਯਾਦ ਆਇਆ ਬੜੇ ਲੈਕਚਰ ਵੇਖੇ ਨੇ लेकिन ਹੁਣ 2 ਮਹੀਨਿਆਂ ਤੋਂ ਤਕਰੀਬਨ 1.5 ਮਹੀਨੇ ਤੋਂ ਮੈਂ ਜ਼ਰਾ ਵੀ ਨਹੀਂ ਵੇਖਿਆ। देखो शाहजे भाई पढ़ो बिस्मिल्लाहिर्रहमानिर्रहीम
बिस्मिल्लाहिर्रहमानिर्रहीम। ਸਭ ਤੋਂ ਪਹਿਲਾਂ ਜਿਹੜੀ ਚੀਜ਼ ਚੈੱਕ ਕਰਨੀ ਹੈ ਨਾ, ਦੇਖੋ ਸਾਡੇ ਕੋਲ ਜਿਹੜਾ ਸੀਨ ਹੈ ਕੀ ਵੇ, ਅਸੀਂ ਸਿੰਪਲ ਜਿਹਾ ਕੰਮ ਕਰਨਾ ਕਿ P2 ਤੁਸੀਂ ਚੈੱਕ ਕਰਨਾ। जी P2 ਕੋਈ ਪੁਆਇੰਟ ਹੈ, ਕੋਈ ਵੀ ਪੁਆਇੰਟ ਹੋ ਸਕਦਾ। ਮੈਂ ਕਹਿੰਦਾ ਜੀ P2 ਤੋਂ ਚੀਜ਼ ਚੈੱਕ ਹੋਵੇ। ਅਗਰ ਮੇਰੀ ਫਿਲ ਜਿਹੜੀ ਹੈ ਨਾ 1 ਮੀਟਰ ਤੱਕ ਹੈ ਤੇ ਮੇਰੀ ਐ ਸਲੋਪ ਹੋਵੇ, ਠੀਕ ਹੈ। ਮਗਰ ਟਿਪੀਕਲ 'ਚ ਇਸ ਤਰ੍ਹਾਂ ਨਹੀਂ ਹੋਣਾ। ਟਿਪੀਕਲ ਦੇ ਵਿੱਚ ਤੁਹਾਨੂੰ ਕੁਝ ਇਸ ਤਰ੍ਹਾਂ ਦੀ ਸ਼ਕਲ ਮਿਲਣੀ ਹੈ, ਜਿਹੜੀ ਅਸਲ 'ਚ ਉਸ ਤਰ੍ਹਾਂ ਹੀ ਹੋਣੀ ਹੈ, ਮਗਰ ਅਸੀਂ ਉਹਨੂੰ ਵੇਖਣਾ ਕਿਸੇ ਹੋਰ ਤਰੀਕੇ ਦੇ ਨਾਲ ਹੈ। ਮਸਲਨ ਇਹ ਵੇਖ ਲਓ, ਇਹ ਇੱਕ ਚੀਜ਼ ਹੈ। ਸਾਡੇ ਕੋਲ ਇੱਥੇ ਕੀ ਚੀਜ਼ ਆ ਰਹੀ ਹੈ, ਸਾਡੇ ਕੋਲ ਸਿਰਫ ਇੱਥੇ ਫਿਲ ਹੈ। ਫਿਲ ਦੀ ਵੈਲਿਊ ਦੇ ਦਿੱਤੀ ਗਈ ਹੈ 0 ਤੋਂ ਲੈ ਕੇ 1 ਮੀਟਰ ਤੱਕ, 1 ਮੀਟਰ ਤੋਂ ਲੈ ਕੇ 3 ਮੀਟਰ ਤੱਕ। ਹੁਣ ਇਹ ਫਿਲ ਹਾਈਟ ਹੈ, ਸਲੋਪ ਨਹੀਂ। ਨੰਬਰ 1। ਹੁਣ ਇਹ ਕਿਸ ਜਗ੍ਹਾ ਤੋਂ ਸਟਾਰਟ ਹੋਣੀ ਹੈ, ਉਹ ਕੋਈ ਇਹ ਪੁਆਇੰਟ ਹੋ ਸਕਦਾ ਵੇ, ਇਹ ਵੇਖੋ ਜੀ ਨਜ਼ਰ ਆ ਰਿਹਾ, ਕੋਈ ਐਸਾ ਦਾ ਪੁਆਇੰਟ ਹੋ ਸਕਦਾ ਵੇ, ਠੀਕ ਹੈ ਨਾ। ਯਾਨੀ ਕੋਈ ਵੀ ਮੁਖਤਲਿਫ ਪੁਆਇੰਟ ਹੋ ਸਕਦੇ ਨੇ ਜਿਹੜੇ ਸਾਨੂੰ ਕਿ ਬਾਅਦ ਵਿੱਚੋਂ ਇਹਨਾਂ ਦੀ ਬੇਸ 'ਤੇ ਆਸਾਨ ਨੂੰ ਜੱਜ ਕਰਨਾ ਵੇ। ਮਿਸਾਲ ਦੇ ਤੌਰ 'ਤੇ ਇੱਕ ਇਹ ਪੁਆਇੰਟ ਹੋ ਸਕਦਾ ਵੇ, ਉਹ ਪੁਆਇੰਟ ਇੱਥੋਂ ਹੋ ਸਕਦਾ ਵੇ, ਇੱਥੋਂ ਹੋ ਸਕਦਾ ਵੇ, ਇੱਥੋਂ ਹੋ ਸਕਦਾ ਵੇ, ਮਗਰ ਆਖਰ ਕਿਸੇ ਨਾ ਕਿਸੇ ਜਗ੍ਹਾ ਉੱਤੇ ਹੋਣਾ ਵੇ ਨਾ ਉਹਨੇ, ਜਿਸ ਜਗ੍ਹਾ ਤੋਂ ਉਹਨੇ ਚੈੱਕ ਕਰਨਾ ਵੇ ਕਿ ਬਈ ਇੱਥੋਂ ਮੇਰੀ ਫਿਰ ਜਿਹੜੀ ਨਾ ਇੰਨੀ ਹੋਵੇ। ठीक है ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਿਸ ਜਗ੍ਹਾ ਤੁਸੀਂ ਚੈੱਕ ਕਰਨਾ। ठीक है। ਕੀ ਮੈਂ ਕਿਹਾ ਵੇ? पहले ये पता होना चाहिए ना किस जगह को असें चेक करना। ਹਾਂਜੀ, ਸਾਡੇ ਟਿਪੀਕਲ ਦੇ ਕਿਸ ਪੁਆਇੰਟ ਦੇ ਉੱਤੋਂ ਸਾਡੀ ਕੰਡੀਸ਼ਨ ਦੀ ਚੈਕਿੰਗ ਸ਼ੁਰੂ ਹੋਣੀ ਹੈ। ਮਤਲਬ ਬਾਜ਼ ਔਕਾਤ ਕੀ ਹੁੰਦਾ ਹੈ, ਬਾਜ਼ ਔਕਾਤ ਟਿਪੀਕਲ 'ਚ ਇਸ ਜਗ੍ਹਾ 'ਤੇ ਹੋਏਗਾ ਕਿ ਬਈ ਇਸ ਜਗ੍ਹਾ ਤੋਂ ਤੁਹਾਡੀ, ਹੁਣ ਤੁਸੀਂ ਵੇਖੋ ਤੁਹਾਡੀ ਜਿਹੜੀ ਇਹ ਸਲੋਪ ਹੈ ਨਾ, ਇਹ ਵਾਲੀ 1:4, ਇਹ ਇਸ ਜਗ੍ਹਾ ਤੋਂ ਸਟਾਰਟ ਨਹੀਂ ਹੋ ਰਹੀ, जी ਇਹ ਸਟਾਰਟ ਹੋ ਰਹੀ ਹੈ ਰਾਉਂਡਿੰਗ ਤੋਂ ਬਾਅਦ, जी सर। ਠੀਕ ਹੈ। ਰਾਉਂਡਿੰਗ ਤੋਂ ਬਾਅਦ ਇਹ ਆ ਕੇ ਮੈਚ ਹੁੰਦੀ ਪਈ ਇਸ ਜਗ੍ਹਾ ਦੇ ਉੱਪਰ। ਹੁਣ ਅਗਰ ਮੈਂ ਆਪਣੀ ਫਿਲਿੰਗ ਇਸ ਜਗ੍ਹਾ ਤੋਂ ਸਟਾਰਟ ਕਰਾਂਗਾ ਨਾ ਚੈੱਕ ਕਰਨਾ, ਤੇ ਮੇਰੇ ਵਾਸਤੇ ਕੰਡੀਸ਼ਨ ਵੱਖਰੀ ਹੋਣੀ ਹੈ। ਅਗਰ ਮੈਂ ਇਸ ਜਗ੍ਹਾ ਤੋਂ ਚੈੱਕ ਕਰਨਾ ਵਾ, ਮੇਰੇ ਵਾਸਤੇ ਕੰਡੀਸ਼ਨ ਵੱਖਰੀ ਹੋਵੇਗੀ। ਅਗਰ ਮੈਂ ਇਸ ਜਗ੍ਹਾ ਤੋਂ ਕਰਨਾ ਵਾ ਤੇ ਮੇਰੇ ਵਾਸਤੇ ਮੁਖਤਲਿਫ ਹੋਵੇਗੀ। ਮਿਸਾਲ ਦੇ ਤੌਰ 'ਤੇ ਮੈਂ ਇੱਕ ਛੋਟੀ ਜਿਹੀ ਚੀਜ਼ ਤੁਹਾਨੂੰ ਵਿਖਾਉਂਦਾ ਵਾ। ਮੇਰੇ ਕੋਲ NGL ਆ ਵਾਲਾ, ਠੀਕ ਹੈ, ਨਜ਼ਰ ਆ ਰਿਹਾ ਸ਼ਾਇਦ ਭਾਈ? जी जी आ रहे सर। ਮਸਲਨ ਤੁਸੀਂ ਇਹ ਵੇਖੋ ਕਿ ਅਗਰ ਮੈਂ ਇਸ ਜਗ੍ਹਾ ਤੋਂ ਚੈੱਕ ਕਰਨਾ ਵਾ, ਠੀਕ ਹੈ ਨਾ, ਅਗਰ ਇੱਥੋਂ ਮੈਂ NGL ਨੂੰ ਚੈੱਕ ਕਰਨਾ ਵਾ ਕਿ ਬਈ 1 ਮੀਟਰ ਤੋਂ ਜ਼ਿਆਦਾ ਹੋਵੇ ਤੇ ਮੇਰੀ ਇਹ ਸਲੋਪ ਹੋਵੇ, ਜਾਂ 1 ਮੀਟਰ ਤੋਂ ਇਸ ਤੱਕ ਹੋਵੇ ਤੇ ਇਹ ਸਲੋਪ ਹੋਵੇ। ਲੇਕਿਨ ਬਾਜ਼ ਔਕਾਤ ਕੀ ਹੁੰਦਾ ਵੇ, ਉਹ ਟਿਪੀਕਲ 'ਚ ਕਹਿੰਦੇ ਨਹੀਂ ਜੀ ਟਾਪ ਐਸਫੋਲਡ ਦੇ ਇਸ ਪੁਆਇੰਟ ਤੋਂ ਚੈੱਕ ਕਰੋ। ਕੰਡੀਸ਼ਨ ਹੀ ਹੈ ਨਾ, जी ਮਸਲਨ ਉਹ ਹੋ ਸਕਦੀ ਇੱਥੋਂ ਜਾਵੇ ਜਾਂ ਉਹ ਇੱਥੋਂ ਹੀ ਹੋ ਸਕਦੀ ਹੈ। ਲਿਹਾਜ਼ਾ ਸਾਡੇ ਵਾਸਤੇ ਜਿਹੜੀ ਚੀਜ਼ ਅਹਿਮ ਹੈ ਨਾ, ਉਹ ਇਹ ਵੇ ਕਿ ਇਸ ਸਟਾਰਟ ਕਿੱਥੋਂ ਹੋਣੀ ਹੈ। ਮਸਲਨ ਮੈਂ ਜਾਂ ਤੁਸੀਂ ਜਾਂ ਸ਼ਾਹਦ ਜਾਂ ਕੋਈ ਵੀ ਬੰਦਾ ਜਿਸ ਟਾਈਮ ਚੈੱਕ ਕਰਨਾ ਵੇ, ਉਹਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਜਿਹੜੀ ਫਿਲ ਦੀ ਕੰਡੀਸ਼ਨ ਹੈ ਨਾ, ਫਿਲ ਦੀ ਜਿਹੜੀ ਜਜਮੈਂਟ ਹੈ, ਚੈਕਿੰਗ ਹੈ, ਉਹ ਕਿਸ ਜਗ੍ਹਾ ਤੋਂ ਹੋਣੀ ਹੈ। ठीक हो गया सर। ठीक ਮਿਸਾਲ ਦੇ ਤੌਰ 'ਤੇ ਇਸ ਜਗ੍ਹਾ 'ਤੇ ਮੇਰਾ ਪੁਆਇੰਟ ਹੈ ਪੁਆਇੰਟ ਨੰਬਰ 8, ਠੀਕ ਹੈ। ठीक हो ਮੈਂ ਕਹਿੰਦਾ ਵਾ
ਇੱਥੋਂ ਮੈਂ ਲਗਾਉਂਦਾ ਵਾਂ ਡੈਲਟਾ ਐਕਸ ਔਨ ਸਰਫੇਸ ਤੇ ਮੈਂ ਡਾਇਰੈਕਟ ਕਹਿ ਸਕਾਂਗਾ ਪੀ ਡਾਟ 6 ਵਾਈ, ਠੀਕ ਹੈ, ਜੀ ਏ ਪੀ 1 ਡਾਟ ਵਾਈ। ਹੁਣ ਇੱਥੇ ਮੈਨੂੰ ਇਹ ਕਲੀਅਰ ਹੋ ਗਿਆ ਕਿ ਮੈਂ ਇੱਥੋਂ ਚੈੱਕ ਕਰਨੀ ਹੈ, ਲੇਕਿਨ ਹੋ ਸਕਦਾ ਹੈ ਮੈਨੂੰ ਇਹ ਰਿਕੁਆਇਰਮੈਂਟ ਆ ਜਾਵੇ, ਨਹੀਂ ਜੀ ਇੱਥੋਂ ਚੈੱਕ ਕਰੋ P2 ਡਾਟ ਵਾਈ ਮਾਈਨਸ AP1 ਡਾਟ ਵਾਈ। ਗੱਲ ਹੀ ਸਮਝ ਆ ਰਹੀ ਕਿ ਨਹੀਂ ਆ ਰਹੀ? ਜੀ ਸਰ। ਹੁਣ ਇੱਥੋਂ ਜਿਹੜੀ ਚੈਕਿੰਗ ਹੋਣੀ ਹੈ ਨਾ ਉਹ ਮੇਰੀ ਡਾਇਰੈਕਟ ਹੋਣੀ ਹੈ, ਕਿਉਂਕਿ ਇਹ ਮੇਰਾ ਬਾਟਮ ਆਫ ਸਬ ਗ੍ਰੇਡ ਹੈ। ਠੀਕ ਹੋ ਗਿਆ ਸਰ। ਮਤਲਬ ਇੱਥੋਂ ਮੈਂ 1 ਮੀਟਰ ਨੀਚੇ ਆਉਣਾ ਵਾ ਨਾ ਤੇ ਮੈਂ ਡਾਇਰੈਕਟ 1 ਮੀਟਰ ਨੀਚੇ ਆਉਣਾ ਵੇ, 2 ਮੀਟਰ। ਅਗਰ ਮੈਂ ਇੱਥੋਂ ਹੀ 1 ਮੀਟਰ ਥੱਲੇ ਟਰੈਵਲ ਕਰਾਂਗਾ ਨਾ ਤੇ ਪਹਿਲਾਂ ਮੇਰਾ ਜਿਹੜਾ ਇਹ 60-65 ਸੈਂਟੀ ਬਣਦਾ ਵੇ ਵਿੱਚ ਉਹ ਵੀ ਐਡ ਹੋਣਾ ਵੇ। ਜੀ ਮੇਰੀ ਗੱਲ ਨਹੀਂ ਸਮਝੇ? ਸਮਝ ਗਿਆ ਸਰ। यानी 5 सेंटी 6 सेंटी 11 ਤੇ 20 कितना हो गया 21 ਟੋਟਲ 66 ਸੈਂਟੀ 66 सेंटी है। यानी ਇੱਥੋਂ ਅਗਰ ਮੈਂ ਚੈੱਕ ਕਰਨਾ ਵਾ 1 ਮੀਟਰ ਚੈੱਕ ਕਰਨਾ ਵੇ ਆਪਣੇ ਸਰਫੇਸ ਨੂੰ ਤੇ ਮੈਂ ਕਹਿ ਸਕਦਾ ਵਾਂ ਕਿ ਇਸ ਜਗ੍ਹਾ ਤੋਂ ਮੇਰਾ 1 ਮੀਟਰ 66 ਹੋਵੇਗਾ, ਕਿਉਂਕਿ ਇਹ 66 ਤੇ ਮੇਰਾ ਕਾਂਸਟੈਂਟ ਹੈ ਵਾਲਾ ਜੀ ਕਿ ਨਹੀਂ ਕਾਂਸਟੈਂਟ। ਕਾਂਸਟੈਂਟ ਹੈ ਸਰ। ਤੇ ਜੇ ਮੈਂ ਇਸ ਜਗ੍ਹਾ ਤੋਂ ਆਵਾਂਗਾ ਤੇ ਫਿਰ ਮੈਂ 1 ਮੀਟਰ 66 ਨਹੀਂ, ਫਿਰ ਡਾਇਰੈਕਟ 1 ਮੀਟਰ ਹੋਵੇਗਾ ਮੇਰਾ। ਜੀ ਔਰ ਅਗਰ ਮੈਂ ਇਸ ਜਗ੍ਹਾ ਤੋਂ ਆਉਣਾ ਵਾ ਇੱਥੇ ਵੀ ਮੇਰਾ ਸੇਮ ਹੋਵੇਗਾ, 1 ਮੀਟਰ ਹੀ ਹੋਵੇਗਾ। ਠੀਕ ਹੈ, ਮੈਨੂੰ ਇਤਨਾ ਪਤਾ ਲੱਗ ਗਿਆ ਕਿ ਸਭ ਤੋਂ ਪਹਿਲਾਂ ਮੈਂ ਇਹ ਚੈੱਕ ਕਰਨਾ ਹੈ ਕਿ ਮੈਂ ਕਿਸ ਜਗ੍ਹਾ ਤੋਂ ਮੇਰੀ ਫਿਲਿੰਗ ਜਾਂ ਕਟਿੰਗ ਜਾਂ ਕਿਸ ਜਗ੍ਹਾ ਤੋਂ ਮੇਰਾ ਜੋੜਾ ਵੀ ਕੰਮ ਸਟਾਰਟ ਹੋਣਾ ਵੇ, ਕਿਸ ਪੁਆਇੰਟ ਤੋਂ ਹੋਣਾ ਵੇ। ਠੀਕ ਹੈ, ਸੈਕੰਡ ਸਟੈਪ ਉਹਦੇ 'ਚ ਇਹ ਆਉਂਦਾ ਵੇ कि चेक में की करना है। मसलन क्या फिक्स है, फिक्स तो मुराद इथों होवे P20 डॉट वाई माइनस AP डॉट 1 वाई, ठीक है ना। यानी ਇਹਦੇ ਵਾਈ ਦੇ ਵੈਲਿਊ ਵਿੱਚੋਂ ਇਹਦੀ ਵਾਈ ਦੀ ਵੈਲਿਊ ਮਾਈਨਸ ਕਰ ਦਿਓ, ਜੋ ਵੀ ਜਵਾਬ ਆਵੇ ਉਹਦੀ ਸਲੋਪ 1:4 ਹੋਵੇ। ओपन 2 मीटर हो, 5 मीटर हो, 3 मीटर हो, 10 मीटर हो, नो टेंशन। समझ आई कि नहीं आई? ठीक हो गया सर। यानी कि एक ओपन कंडीशन है भाई, एदा जो भी लैवल होगा माइनस एदा लैवल जो भी आता है 50 सेंटी 10 सेंटी 1 मीटर 10 मीटर स्लोप की है 1:4 1:10 जो भी स्लोप होगा। ठीक हो गया सर। ठीक है, एक तो यह वेखो ना, मसलन ए मैं चेक किया, एक है मेरे को कंडीशन हो गई है। हुण वेखो मेरे को पॉइंट मौजूद है, मैंने पता लग गया वे कि इस जगह तो मेरी चैकिंग स्टार्ट होनी है, मेरे को स्लोप भी मौजूद है। ठीक है ना। हुण उहदे विच फिल वास्ते की होना है, कट वास्ते की होना है, सेम कंडीशन यानी P डॉट वाई माइनस AP डॉट वाई जो भी है सरफेस मेरे को की होगा जो भी आंदा जवाब, ठीक है ना, मेरी वो फिल दे विच सेम यही पैटर्न होगा कि P डॉट वाई माइनस AP डॉट वाई। अगर वो जवाब माइनस दे विच होगा तो फिलिंग तो प्लस होगा तो कटिंग, मगर इत्थे नाल ही मेरा सिनेरियो चेंज होंदा वे कि कहंदा P डॉट वाई यानी कि इस जगह तुसीं चेक करो P2 डॉट वाई। समझ आ गई ना, असी ये पॉइंट इत्थों क्यों लगाया P2 तो P1 तो क्यों नहीं लाया। हुण साडा ਇਹ ਉਹ पॉइंट है जिस जगह तो सानू असी मेक श्योर हो गया, कन्फर्म हो गया कि साडा बई इत्थों ही स्टार्ट होना। ठीक है ना। हुण मैं कह सकना वा P डॉट वाई माइनस AP डॉट वाई, ਇਹਦੇ ਚ ਇਹ ਮਾਈਨਸ ਕਰ ਦੇ। ਹੁਣ ਹਾਲੇ ਤੱਕ ਮੁਕੰਮਲ ਨਹੀਂ ਹੋਈ, ਮਾਈਨਸ ਕਰ ਦਿੱਤਾ, 2 मीटर आ गया 6 मीटर आ गया 5 मीटर आ गया, ਹਾਲੇ ਕੰਡੀਸ਼ਨ ਇੱਥੇ ਫਾਈਨਲਾਈਜ਼ ਨਹੀਂ ਹੋਈ ਹੈ। ਉਹ ਕਹਿੰਦਾ ਵੇ ਕਿ P ਅਗਰ ਇਹਦਾ ਜਵਾਬ ਆਉਂਦਾ ਲੈਸ ਦੈਨ 1 मीटर
यानी कि P डॉट वाई द लैवल माइनस AP डॉट 1y ये जो माइनस होवे तो जवाब आए लैस दैन 1 मीटर यानी 1 मीटर तो घट आवे तो ट्रूज की होएगा 1 ਫਿਲ ਹੋ ਜਾਂਦਾ 4 नो फिल कर देना हेलो फिल ठीक है ना तो जे जो आप आ गया ਇਹਦਾ ਇਸ ਤਰ੍ਹਾਂ ਆਪੋਜ਼ਿਟ ਤੇ ਫਿਰ ਜ਼ਾਹਰੀ ਗੱਲ ਹੈ ਉਹ ਸਰ ਜੀ ਫਾਸਟ ਚਲਾ ਜਾਂਦਾ ਫਾਲਸ ਚਲਾ ਜਾਵੇਗਾ ਉਹ ਸਾਡਾ ਫਿਲ ਦੀ ਜਗ੍ਹਾ ਤੇ ਕੱਟ ਹੋ ਕੱਟ ਹੋ ਗਿਆ ਉਹ ਕੱਟ ਸੌਰੀ ਠੀਕ ਹੈ ਨਾ ਯਾਨੀ ਉਹ ਅਸਲ ਚ ਫਾਲਸ ਹੀ ਹੈ ਅਸੀਂ ਉਹਨੂੰ ਕੱਟ ਜੀ। ਕਹਿ ਰਹੇ ਹਾਂ ਜੀ 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 ਮਸਲਨ ਉਹਨੂੰ ਸਬ ਅਸੈਂਬਲੀ ਕੰਪੋਜ਼ਰ ਨੇ ਫਾਲਸ ਹੀ ਕਹਿਣਾ ਹੈ ਕਿਉਂਕਿ ਜਿਹੜੀ ਸਾਡੀ ਕੰਡੀਸ਼ਨ ਹੈ ਨਾ ਉਹਦੀ ਜਿਹੜੀ ਟਰੂ ਹੈ ਨਾ ਉਹ ਹੈ ਵੇ ਹੁਣ ਫਿਲ ਦੇ ਵਿੱਚ ਮੈਂ ਲਾ ਦੇਣਾ ਪੁਆਇੰਟ ਇੱਕ ਸਿੰਪਲ ਪੁਆਇੰਟ ਲਗਾਉਣਾ ਮੈਂ ठीक है स्लोप टू सरफेस L ठीक है ना सर्फ P टू L NGL जी ठीक है ਇਹਨੂੰ ਮੈਂ ਕਹਿ ਦਿੰਦਾ ਜਨਾਬੇ ਦੀ 25% ਸੌਰੀ माइनस 1 डिवाइडिंग बाई 4 नहीं चुकता है पैरामीटर सर क्रिएट करो एक मिनट पैरामीटर क्रिएट कर देने इजी हो जाए तो कंट्रोल कर चोरों का मसला न है कंट्रोल S 1 मीटर .90 माइनस लिंक लग चुका ठीक है यानी स्लोप लग चुकी है बड़ी शार्प स्लोप लगी है मैं ज़रा ठीक है 50% another L ठीक है L लग चुकी है ठीक हो गया सर हूँ मैं जो ही 1 मीटर तो थले जाना वा की होएगा मेरी स्लोप खत्म हो गई जी ठीक है यानी कि ਇਹ ਜਿਹੜਾ ਡਿਸੀਜਨ ਲੱਗਿਆ ਨਾ ਇਹ ਵਾਲਾ ਇਹ ਡਿਸੀਜਨ ਦਾ ਕੰਮ ਕੀ ਵੇ ਇਹਨੇ 1 ਮੀਟਰ ਤੱਕ ਹੀ ਕੰਮ ਕਰਨਾ जी 1 ਮੀਟਰ ਤੋਂ ਅੱਗੇ ਕੰਮ ਨਹੀਂ ਕਰਨਾ ਅਗਰ 1 ਮੀਟਰ ਤੋਂ ਅੱਗੇ ਕੰਮ ਨਹੀਂ ਇਹਨੂੰ ਜਿਹੜੀ ਕੰਡੀਸ਼ਨ ਦੇ ਦਿੱਤੀ ਗਈ ਹੈ ਨਾ ਜਿਹੜੀ ਉਹ ਕੰਡੀਸ਼ਨ ਹੈ ਨਾ ਉਹ ਸਿਰਫ ਔਰ ਸਿਰਫ 1 ਮੀਟਰ ਤੱਕ ਵੈਰੀ ਹੋਵੇਗੀ 1 ਮੀਟਰ ਤੋਂ ਅੱਗੇ ਕੰਮ ਨਹੀਂ ਕਰੇਗੀ मगर मेरे को तो 1 मीटर तो अगे भी है ना अगर 1 मीटर तो बढ़ जाए जी तो फिर 1:4 हो जाए सर और पहले तो सर 1:2 लाइए तो फिर मसला है ना मेरा तो डिसीजन 1 मीटर तो अगे जा ही नहीं रहा ना 1 मीटर तो वो देखो ना मैं ए तो मेरी ए तो चेक कर रहा बेचारा ठीक है 1 मीटर तो 2 मिनट माइनस 2.50 लो माइनस 2.50 उस सरफेस से जा रहा है
ਮਗਰ ਮੇਰਾ ਡਿਸੀਜਨ ਨਹੀਂ ਹੋਣਾ, ਦੀ ਕੰਡੀਸ਼ਨ ਹੀ ਮੈਚ ਅਪ ਹੋ ਰਹੀ ਨਾ। ਅਸਾਂ ਕੰਡੀਸ਼ਨ ਇੱਥੇ 1 ਮੀਟਰ ਤੱਕ ਲਾਈ ਹੈ ਨਾ ਸਰ। ਹਾਂ 1 ਮੀਟਰ ਤੱਕ ਲਾਈਏ। ਹੁਣ ਮੇਰਾ ਸਵਾਲ ਇਹ ਵੇ ਕਿ ਮੈਂ 1 ਮੀਟਰ ਵੀ ਤਾਂ ਮੇਰੀ ਕੰਡੀਸ਼ਨ ਦਾ ਹਿੱਸਾ ਹੈ ਨਾ ਜੀ। ਮਸਲਨ 1 ਮੀਟਰ ਵੀ ਤਾਂ ਮੇਰੀ ਕੰਡੀਸ਼ਨ ਦਾ ਹਿੱਸਾ ਹੈ ਨਾ ਬਾਊ ਜੀ। ਹੈਲੋ 1 ਜੀ, ਮੀਟਰ ਜੀ। ਤੱਕ ਤਾਂ ਚੱਲ ਗਿਆ। ਮਸਲਨ ਜੇ ਮੈਂ 1 ਮੀਟਰ 'ਚੋਂ ਬਾਹਰ ਨਿਕਲਣਾ ਵਾ ਤੇ ਫਿਰ ਮੇਰੀ 1 ਮੀਟਰ ਵਾਲੀ ਮੈਚ ਨਹੀਂ ਹੋਣੀ ਨਾ। ਜੀ ਗੱਲ ਨਹੀਂ ਸਮਝੇ? ਸਮਝ ਗਿਆ ਸਰ। ਹਾਂਜੀ ਹੁਣ ਇੱਥੇ ਵੇਖੋ ਜ਼ਰਾ ਹੁਣ ਆਪਣੇ ਪ੍ਰੋਬਲਮ ਨੂੰ ਗੌਰ ਨਾਲ ਦੇਖਣਾ। ਸਾਡਾ ਪ੍ਰੋਬਲਮ ਕੀ ਸੀ ਕਿ P2 ਤੋਂ ਸਾਡਾ AP1 ਪਹਿਲਾਂ ਸਰਫੇਸ ਚੈੱਕ ਕਰੇ। ਬੜੇ ਧਿਆਨ ਨਾਲ ਸੁਣਨਾ ਗੱਲ ਮੈਂ ਕੀ ਕਹਿਣ ਲੱਗਾ ਵਾਂ ਜੀ ਕਿ ਭਈ ਅਗਰ ਮੈਂ ਇਸੇ ਡਿਸੀਜਨ ਦੇ ਉੱਪਰ ਕੰਮ ਕਰ ਦਿੰਦਾ ਤੇ ਮੇਰਾ ਡਿਸੀਜਨ ਬਾਉਂਡ ਹੋ ਜਾਂਦਾ। ਹੁਣ ਮੈਂ ਤੁਹਾਡੇ ਨਾਲ ਇੱਕ ਪੰਜਾਬੀ 'ਚ ਗੱਲ ਕਰਨ ਲੱਗਾ ਵਾਂ, ਤੁਹਾਡੇ ਕੰਨ 'ਚ ਮੈਂ ਗੱਲ ਕਹਿਣ ਲੱਗਾ ਵਾਂ, ਬੜੇ ਧਿਆਨ ਨਾਲ ਸੁਣਿਓ। ਸ਼ਾਹਜ਼ੇਬ ਇਹ ਸ਼ਾਹਬ ਨੂੰ ਤਨਖਾਹ ਮਿਲਦੀ ਹੈ ਨਾ, ਇਹਦੇ ਕੋਲ ਪੈਸੇ ਜਿਹੜੇ ਨਾ ਮੰਗ ਲੈਣ ਨੇ। ਜੇ ਇਹਨੇ ਪੈਸੇ ਨਾ ਦਿੱਤੇ ਤੇ ਨਾਲ ਹੀ ਇਹਨੂੰ ਇਹ ਕਹਿਣਾ ਵੇ ਤੇਰੀ ਮਿਹਰਬਾਨੀ ਹੈ ਮੈਂ ਪਾਕਿਸਤਾਨ ਪੈਸੇ ਘੱਲੇ ਨੇ। ਅਗਰ ਉਹ ਵੀ ਨਾ ਇਹਨੇ ਗੱਲ ਮੰਨੀ, ਇਹਨੂੰ ਕਹੀਂ ਯਾਰ ਮੇਰੇ ਰੂਮ ਦਾ ਬਿੱਲ ਆਇਆ ਦਾ। ਅਗਰ ਉਹ ਵੀ ਨਾ ਇਹਨੇ ਗੱਲ ਮੰਨੀ ਤੇ ਵੇਖੀ ਇਹ ਪੈਸੇ ਕਿੱਥੇ ਰੱਖਦਾ, ਉੱਥੋਂ ਕੱਢ ਲਵਾਂਗੇ। ਜੇ ਉਹਦਾ ਵੀ ਪਤਾ ਨਾ ਚੱਲਿਆ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਦੇ ਕੋਲ ਪੈਸੇ ਲੈਣੇ ਨੇ। ਠੀਕ ਹੋ ਗਿਆ। ਤੁਸੀਂ ਮੇਰੀ ਗੁਫ਼ਤਗੂ 'ਚ ਗੌਰ ਨਹੀਂ ਕੀਤਾ। ਅਗਰ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੋਇਆ। ਅਗਰ ਦੇ ਵਿੱਚ ਅਗਰ ਯੂਜ਼ ਹੋ ਰਿਹਾ, ਅਗਰ ਦੇ ਵਿੱਚ ਅਗਰ ਯੂਜ਼ ਹੋ ਰਿਹਾ, ਅਗਰ ਦੇ ਵਿੱਚ ਅਗਰ ਯੂਜ਼ ਹੋ ਰਿਹਾ, ਇਫ ਦੇ ਵਿੱਚ ਇਫ ਯੂਜ਼ ਹੋ ਰਿਹਾ, ਇਫ ਦੇ ਵਿੱਚ ਇਫ ਯੂਜ਼ ਹੋ ਰਿਹਾ। ਠੀਕ ਸਮਝ ਆ ਰਹੀ ਸ਼ਾਹਜ਼ੇਬ ਭਾਈ ਕਿ ਨਹੀਂ? ਜੀ ਜੀ ਸਰ ਆ ਰਹੀ ਸਰ। ਮਸਲਨ ਕੀ ਹੋ ਰਿਹਾ, ਇਫ ਦੇ ਵਿੱਚ ਇਫ ਯੂਜ਼ ਹੋ ਰਿਹਾ, ਇਫ ਦੇ ਵਿੱਚ ਇਫ ਯੂਜ਼ ਹੋ ਰਿਹਾ, ਉਹ ਵਿੱਚੋਂ ਕੰਡੀਸ਼ਨਾਂ ਵੇਖੀਆਂ ਜਾ ਰਹੀਆਂ ਨੇ। ਜੀ ਜੀ ਇੱਥੇ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਵੇ, ਸਭ ਤੋਂ ਪਹਿਲਾਂ ਅਸੀਂ ਵੇਖਣਾ ਬਈ ਕਿ P2 ਤੋਂ ਸਰਫੇਸ ਅਗਰ ਥੱਲੇ ਵੇ ਤੇ ਸਾਡਾ ਫਿਲ ਹੈ, ਉੱਤੇ ਤੇ ਸਾਡਾ ਕੱਟ। ਘੱਟ ਜੀ ਜੀ ਠੀਕ ਹੈ। ਜੀ 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 ਲਿਹਾਜ਼ਾ ਇੱਕ ਡਿਸੀਜਨ ਨੇ ਇੱਕ ਕੰਮ ਕਰਨਾ। ਠੀਕ ਹੈ। ਸਭ ਤੋਂ ਪਹਿਲਾਂ ਮੈਨੂੰ ਇਹ ਪਤਾ ਹੋਣਾ ਚਾਹੀਦਾ ਬਈ ਕਿ P2 ਡਾਟ y ਗ੍ਰੇਟਰ ਦੈਨ ਨੇ ਕਿਹਦੇ ਤੋਂ, AP1 ਡਾਟ y ਤੋਂ। ਯਾਨੀ P2 ਦਾ ਲੈਵਲ ਅਗਰ ਵੱਡਾ ਵੇ, ਸੋਰੀ ਮੈਂ ਲੈਸ ਦੈਨ ਕਰ ਦਿੱਤਾ ਵੇ, AP2 ਡਾਟ y ਗ੍ਰੇਟਰ ਦੈਨ AP1 ਡਾਟ y ਤਾਂ ਕੀ ਹੋਏਗਾ? ਫਿਲ ਸ਼ਾਹਜ਼ੇਬ ਭਾਈ ਤੁਹਾਡੀ ਆਵਾਜ਼ ਨਹੀਂ ਆਈ। ਮਿਲੀ ਸੀ ਸਰ। ਫਿਰ ਲੋ ਸੀ। ਹੁਣ ਜਿਹੜੀ ਮੈਂ ਇਹ ਕੰਡੀਸ਼ਨ ਦੇਤੀ ਨਾ ਇਹ ਵਾਲੀ, ਸਭ ਤੋਂ ਪਹਿਲਾਂ ਇਹ ਟਰੂ ਹੋਵੇਗੀ ਨਾ, ਉਹਦੀ ਵੈਲਿਊ ਫਿਲ ਹੋਵੇਗੀ। ਮਸਲਨ ਟਰੂ ਤੁਸੀਂ ਜੋ ਮਰਜ਼ੀ ਦੇ ਦਿਓ। ਠੀਕ ਹੈ। ਠੀਕ ਹੋ ਗਿਆ। ਇਸ ਡਿਸੀਜਨ ਨੇ ਕੀ ਚੈੱਕ ਕੀਤਾ ਕਿ ਸਰਫੇਸ ਜਿਹੜਾ P2 ਡਾਟ y ਗ੍ਰੇਟਰ ਦੈਨ AP1 ਡਾਟ y, ਸਾਨੂੰ ਪਤਾ ਫਿਲ ਹੈ। ਇੱਥੇ ਕੀ ਹੋ ਗਿਆ, ਇੱਥੇ ਆਟੋਮੈਟਿਕਲੀ ਕੰਡੀਸ਼ਨ ਉਲਟੀ ਹੋ ਗਈ ਹੈ। ਹੁਣ ਕਿਉਂਕਿ ਇੱਥੇ ਕੰਡੀਸ਼ਨ ਮੈਚ ਨਹੀਂ ਹੋ ਰਹੀ ਨਾ, ਮੈਂ ਕਿਹਾ P2 ਡਾਟ y ਗ੍ਰੇਟਰ ਦੈਨ, ਮਗਰ ਇੱਥੇ ਕੀ ਹੋ ਰਿਹਾ, ਇੱਥੇ AP1 ਡਾਟ y ਇਜ਼ ਗ੍ਰੇਟਰ ਦੈਨ P2। ਜੀ ਯਾਨੀ ਕਿ ਸਾਡੀ ਇੱਕ ਕੰਡੀਸ਼ਨ ਅਗਰ ਮੈਚ ਹੋਵੇਗੀ ਤੁਸੀਂ ਸਾਡੀ ਆਟੋਮੈਟਿਕਲੀ ਸਾਡੀ ਹੋ ਜਾਣੀ ਹੈ ਫਾਲਸ। ਇਹ ਮੇਰੀ ਫਿਲ ਹੋ ਗਈ। ਹੁਣ ਮੈਂ ਫਿਲ ਦੇ ਵਿੱਚ ਜਾਣਾ। ਠੀਕ ਹੈ। ਜੀ ਇੱਥੇ ਮੈਂ ਲਗਾਵਾਂਗਾ ਫਲੋ ਚਾਰਟ। ਠੀਕ ਹੈ। ਸਮਝ ਆ ਰਹੀ ਕਿ ਨਹੀਂ ਆ ਰਹੀ? ਜੀ ਜੀ ਕਿਉਂਕਿ ਹੁਣ ਇੱਕ ਮੇਰਾ ਫਲੋ ਚਾਰਟ ਲੱਗਣਾ ਫਿਲ ਦਾ। ਹੁਣ ਇੱਕ ਮੈਨੂੰ ਕਲੀਅਰ ਹੋ ਗਿਆ ਕਿ ਜਾਂ ਮੇਰੀ ਕੱਟ ਹੋਣੀ ਜਾਂ ਮੇਰੀ ਫਿਲ ਹੋਣੀ ਹੈ। ਠੀਕ ਹੈ ਨਾ। ਜੀ ਦੋਵੇਂ ਇੱਕ ਚੀਜ਼ ਤੇ ਹੋਣੀ ਹੈ ਨਾ, ਦੋ ਚੀਜ਼ਾਂ ਦੀ ਇਕੱਠੀਆਂ ਨਹੀਂ ਹੋ ਸਕਦੀਆਂ ਨਾ। ਡਬ ਸਮਝ ਆਈ ਗੱਲ ਦੀ ਕਿ ਨਹੀਂ ਆਈ? ਜੀ ਸਰ। CUT ਕੱਟ। ਠੀਕ ਹੈ ਜੀ।
ਹੁਣ ਅੱਗੇ ਆਂਦਾ ਕਿ ਮੇਰੇ ਕੱਟ ਦੇ ਵਿੱਚ ਕੀ ਕੀ ਕੁਝ ਮੈਂ ਕਰਨਾ ਹੈ। ਇਸ ਡਿਸੀਜਨ ਦਾ ਸਿਰਫ ਇਤਨਾ ਹੀ ਕੰਮ ਸੀ। ਪਹਿਲਾਂ ਮੈਂ ਜਿਸ ਤਰ੍ਹਾਂ ਡਿਸੀਜਨ ਯੂਜ਼ ਕਰ ਰਿਹਾ ਸਾਂ ਉਹਦੇ ਨਾਲ ਮੇਰਾ ਡਿਸੀਜਨ ਦੀ ਕੰਡੀਸ਼ਨ ਫਰੀਜ਼ ਹੋ ਰਹੀ ਸੀ, ਮੈਂ ਅੱਗੇ ਨਹੀਂ ਸਾਂ ਚੱਲ ਰਿਹਾ। ਫਿਰ ਮੈਂ ਸੋਚਿਆ ਯਾਰ ਮੇਰਾ ਤੇ ਅੱਗੇ ਵੀ ਕੰਮ ਹੈ। ਲਿਹਾਜ਼ਾ ਫਿਰ ਮੇਰੇ ਦਿਮਾਗ ਨੇ ਫੈਸਲਾ ਕੀਤਾ ਬਈ ਸਭ ਨਾਲ ਪਹਿਲਾਂ ਤੂੰ ਇਹ ਚੈੱਕ ਕਰ ਫਿਲ ਵੇ ਜਾਂ ਕੱਟ ਵੇ। ਫਿਰ ਫਿਲ ਦੇ ਵਿੱਚ ਜਾ ਕੇ ਵੇਖਾਂਗੇ ਕੀ ਕਰਨਾ ਹੈ। ਠੀਕ ਹੈ, ਮੈਂ ਫਿਲ ਦੇ ਵਿੱਚ ਗਿਆ ਵਾਂ ਜਨਾਬ, ਮੇਰੀ ਫਿਲ 'ਚ ਆ ਗਿਆ ਵਾਂ। ਹੁਣ ਫਿਲ ਦੇ ਵਿੱਚ ਮੇਰੀ ਕੰਡੀਸ਼ਨ ਕੀ ਹੈ ਕਿ ਅਗਰ ਮੇਰੀ ਸਲੋਪ ਜਿਹੜੀ ਹੈ 1 ਤੱਕ ਵੇ ਤੇ ਮੇਰੀ ਇਹ ਸਲੋਪ ਹੋਵੇ, ਜੇ ਗ੍ਰੇਟਰ ਦੈਨ 1 ਤੋਂ ਜ਼ਿਆਦਾ ਵੇ ਤੇ ਮਜ਼ੀਦ ਹੁਣ ਯਾਨੀ ਇੱਥੇ ਫਿਰ ਮੇਰਾ ਡਿਸੀਜਨ ਯੂਜ਼ ਹੋਏਗਾ। ਹੁਣ ਸ਼ਾਦੇ ਭਾਈ जी सर समझ आ रही है। ਪਰੇਸ਼ਾਨ ਨਹੀਂ ਹੋਣਾ। ਇਹ ਚੀਜ਼ਾਂ ਜਿਹੜੀਆਂ ਨਾ ਦੇਖੋ ਪਾਕਿਸਤਾਨ ਮਾਂ ਦੇ ਢਿੱਡ 'ਚ ਕੋਈ ਨਹੀਂ ਸਿੱਖ ਕੇ ਆਉਂਦਾ। ਅਸੀਂ ਜਦੋਂ ਆਏ ਸਾਂ ਇੱਥੇ ਅਸੀਂ ਵੀ ਇਸ ਤਰ੍ਹਾਂ ਹੀ ਸਾਂ, ਠੀਕ ਹੈ ਨਾ। ਅੱਜ ਅਸੀਂ ਸਿਖਾਉਂਦੇ ਪਏ ਹਾਂ। ਅਸੀਂ ਕੋਈ ਸਮਾਨਾ ਤੋਂ ਸਿੱਖ ਕੇ ਨਹੀਂ ਸੀ ਆਏ। ਮੇਰੇ ਵਾਲੇ ਸਾਹਿਬ ਡਰਾਈਵਰ ਨੇ, ਉਹਨਾਂ ਨੂੰ ਨਹੀਂ ਆਉਂਦੀ ਸਬ ਅਸੈਂਬਲੀ ਕੰਪੋਜ਼। ਲਿਹਾਜ਼ਾ ਸਿਰਫ ਜਿਹੜਾ ਇਹਦੇ 'ਚ ਮੇਨ ਚੀਜ਼ ਨਾ ਜਿਹੜੀ ਮੇਨ ਜਿਹਦੀ ਬੇਸ 'ਤੇ ਸਾਰਾ ਕੰਮ ਹੋਣਾ, ਅੱਜ ਅਸੀਂ ਉਹ ਡਿਸਕਸ ਕਰਨੇ ਪਏ ਹਾਂ। ਹਰੇ ਕਿਤੇ ਇੰਪਲੀਮੈਂਟ ਨਹੀਂ ਕਰਦੇ ਪਏ ਜੀ। ਅੱਛਾ ਜੀ, ਹੁਣ ਇਹਦੇ ਵਿੱਚ ਕੀ ਹੈ? ਇਹਦੇ ਵਿੱਚ ਵੀ ਇੱਕ ਟਰੂ ਐਜ ਵੀ ਫਾਲਸ। ਪਹਿਲੇ ਡਿਸੀਜਨ ਨੇ ਕੀ ਕੀਤਾ? ਵਾਪਸ ਫਲੋ ਚਾਰਟ ਜੋ ਮੈਂ ਰਿਪੀਟ ਕਰਾਂ, ਇਹਨੇ ਕੀਤਾ ਜੀ P2.y ਗ੍ਰੇਟਰ ਦੈਨ AP1.y। ਓਕੇ, ਉਹ ਕਹਿੰਦਾ ਅਗਰ ਟਰੂ ਹੋਇਆ ਤੇ ਫਿਲ, ਨਹੀਂ ਤੇ ਆਟੋਮੈਟਿਕਲੀ ਕੱਟ ਫਾਲਸ। ਠੀਕ ਹੈ ਜੀ, ਇਹ ਡਿਸੀਜਨ ਨੇ ਕੀ ਕਰਨਾ ਹੈ? ਹੁਣ ਇਹ ਚੈੱਕ ਕਰੇਗਾ P2.y P2.y ਵੇ ਨਾ, ਕਹਿੰਦਾ ਅਗਰ ਲੈਸ ਦੈਨ ਇਜ਼ ਇਕੁਅਲ ਟੂ 1 ਯਾਨੀ 1 ਮੀਟਰ ਤੋਂ ਘੱਟ ਵੇ ਜਾਂ 1 ਮੀਟਰ ਵੇ, ਯਾਨੀ ਮੈਂ 1 ਮੀਟਰ ਤੱਕ ਫਿਕਸ ਕਰ ਰਿਹਾ ਕਿ 1 ਮੀਟਰ ਤੋਂ ਘੱਟ ਵੇ 90 ਸੈਂਟੀ 80 ਸੈਂਟੀ 98 ਸੈਂਟੀ 99 ਸੈਂਟੀ ਜਾਂ 1 ਮੀਟਰ ਹੈ। ਤੇ ਟਰੂ 'ਚ ਕੀ ਹੋਵੇ ਤੇਰੀ? ਟਰੂ 'ਚ ਮੈਂ ਕਹਿੰਦਾ ਮੇਰੀ ਸਲੋਪ ਲੱਗੇ 1:4। ਠੀਕ ਹੈ, ਇਹ ਪੁਆਇੰਟ ਆ ਗਿਆ। ठीक है, ओरिजिन की है P2 स्लोप टू सरफेस। ठीक है, कितनी ना मिली 50% स्लोप असी सॉरी 25% स्लोप है माइनस दे विच। ठीक है, सरफेस टारगेट NGL। ठीक है, एड लिंक वगैरह वगैरह L। देखो माइनस 77 सेंट ही है ना, स्लोप 1:4 लग चुकी है। जो ही आ जाएगा ना -99.999 स्लोप ने काम करना है। 1 मीटर तक भी काम करेगी। लग रही है। ठीक है, जो ही इन्हें होना ना तो 1.001 प्रोग्राम लै रहा, हाले 1 मील तक लै रहा। अगर मैं सेंटी करना ना चुक रहा प्रोग्राम, हाले ये कुछ प्रोग्रामिंग एरर होंदा वे, बाद औकात ये नहीं चुकते, बाद औकात चुक लेंदे ने। मैं जो ही वैल्यू इत्थे 0.5 करांगा ना, नहीं चुकना चाहिए हमने जी। कंडीशन चेक करो अपनी साड़ी की है P2.y। ठीक है, P2.y लेस देन या इक्वल है 1 मीटर तो। हाँ, इनू नहीं करना चाहिए काम है ना, क्योंकि असी 1 मीटर तो वध गए हैं जी जी।
10 सेंटी P2 डॉट वाई एक मीटर 35 ਤੇ ਜਾ ਕੇ ਉਹਨੇ ਪ੍ਰੋਗਰਾਮ ਨੇ ਉਹ ਦੇ ਦਿੱਤਾ ਉਹਨੂੰ। ਕੀਤਾ ਸੀ ਮੈਂ ਹੁਣ ਵਾਪਸ ਜਾਣਾ ਵਾਂ ਵੇਖਿਓ 20 1 ਮੀਟਰ 20 ਤੱਕ Yeah. ਵੀ 20 ਸੈਂਟੀ ਤੱਕ ਵੀ ਲੈ ਰਿਹਾ ਉਹ। ਇਹਦਾ ਮਤਲਬ ਕੀ ਵੇ ਕਿ ਕੋਈ ਚੀਜ਼ ਮਿਸਿੰਗ ਹੈ, ਮਿਸਿੰਗ ਨਹੀਂ P2 ਡਾਟ ਵਾਈ ਬਾਹਰ ਇਹਦੇ ਵਿੱਚ ਸਾਨੂੰ ਵੇਖਣਾ ਪਏਗਾ ਪ੍ਰੋਗਰਾਮ ਦਾ ਮਸਲਾ ਕੀ ਹੈ, ਲੇਕਿਨ 20 ਸੈਂਟੀ ਤੱਕ ਜਿਹੜਾ ਨਾ ਉਹ ਠੀਕ ਹੈ। ਅਗਰ ਮੈਂ ਇਹਨੂੰ ਕਹਿ ਦਿਆਂ ਸਰ ਜੀ minus- ਅਸੀਂ ਸਾਨੂੰ ਇਹ ਨਾ ਲਾਉਣਾ ਪੈਦਾ P2.y ਲੈਸ ਦੈਨ AP1.y हाँ गुड 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 P2 डॉट वाई माइनस AP1 डॉट वाई इज लेस देन और इक्वल 1 ठीक है। ਹੁਣ ਚੈੱਕ ਕਰੋ ਭਲਾ ਹੁਣ ਕਰ ਸੀ ਕੰਮ ਜ਼ਬਰਦਸਤ। ਸਰ ਹੁਣ ਤਾਂ ਕੰਮ ਕਰਸੀ ਗੱਲ 01 ਜ਼ਬਰਦਸਤ ਕੰਮ ਹੋ ਰਿਹਾ, 1 ਸੈਕਿੰਡ ਤੱਕ ਕੰਮ ਹੋ ਰਿਹਾ। ਹੁਣ ਨਾ ਵੇਲੇ ਦੇਖੋ 1 ਮਿੰਟ ਚ ਲੱਗ ਰਿਹਾ। ਹਾਂਜੀ 1 ਮਿਲੀ ਵੀ ਉੱਪਰ ਹੋਇਆ ਵੇ ਨਾ ਉਹਨੇ ਨਹੀਂ ਰਿਜੈਕਟ ਕਰ ਦਿੱਤਾ। ਸਮਝ ਆ ਰਹੀ ਗੱਲ ਦੀ? ਜੀ ਜੀ ਸ਼ਾਹਿਬ ਸਾਹਿਬ ਜੀ ਸਰ ਤੁਸੀਂ ਹਾਜ਼ਰ ਨਹੀਂ ਹੈਗੇ ਇੱਥੇ, ਬੰਦੇ ਨੇ ਵੇਖ ਲਓ ਕਿੱਥੇ ਚੁੱਕ ਲਏ। ਠੀਕ ਹੈ ਜੀ। ਹੁਣ ਠੀਕ ਹੋ ਸਰ ਇਹ ਕੰਡੀਸ਼ਨ ਹੈ ਠੀਕ ਹੈ ਨਾ 1 ਮੀਟਰ ਤੱਕ ਸੈਕਿੰਡ ਸੀ ਮੇਰੇ ਕੋਲ 1 ਮੀਟਰ ਤੋਂ ਵੱਧ ਹੋਵੇ ਕਿੰਨੀ ਹੋਵੇ 3 ਮੀਟਰ ਤੱਕ। ਅਗਰ ਤੇ 3 ਮੀਟਰ ਤੱਕ ਦੋ ਕੰਡੀਸ਼ਨਾਂ ਹੀ ਨੇ ਫਿਰ ਤੇ ਕੋਈ ਮਸਲਾ ਨਹੀਂ। ਅਗਰ ਇਹ ਆ ਜਾਂਦੀ ਹੈ ਕਿ 1 ਮੀਟਰ ਤੱਕ ਇਹ ਸਲੋਪ ਹੈ 1 ਮੀਟਰ ਤੋਂ ਲੈ ਕੇ ਤੇ 3 ਮੀਟਰ 3 ਮੀਟਰ ਤੱਕ ਇਹ ਵੇ ਤੇ 3 ਮੀਟਰ ਤੋਂ ਲੈ ਕੇ 5 ਮੀਟਰ ਤੱਕ ਇਹ ਵੇ ਕਿੰਨੀਆਂ ਕੰਡੀਸ਼ਨਾਂ ਹੋ ਗਈਆਂ 3 3। ਹੁਣ ਅਗਰ ਮੈਂ ਇੱਥੇ ਕੰਡੀਸ਼ਨ ਫਿਕਸ ਕਰ ਦਿੰਦਾ ਹਾਂ ਵੀ ਠੀਕ ਹੈ ਇੱਥੇ ਮੈਂ ਲਾਣਾ ਪੁਆਇੰਟ ਇੱਥੇ ਮੈਂ ਪੁਆਇੰਟ ਲਾ ਦੇਣਾ ਜਨਾਬੇ ਲਈ ਮੈਂ ਇਹ L slope to surface ठीक है from point P2 ठीक है माइनस NGL ठीक है वो 1:2 ਸੀ ਇਹਨੂੰ ਮੈਂ ਕਹਿੰਦਾ ਜਨਾਬੇ ਲਈ 50% L ਠੀਕ ਹੈ। ਹੁਣ ਇਹ ਸਲੋਪ ਮੇਰੀ ਕਿਹੜੀ ਸੀ ਜਨਾਬੇ ਲਈ ਐਡ ਲਿੰਕ L ਇਹ ਮੇਰੀ ਸਲੋਪ ਆ ਰਹੀ ਹੈ ਪਹਿਲੀ 1 ਮੀਟਰ ਵੇ ਨਾ ਅੱਗੇ ਮੈਂ ਜਿਸ ਟਾਈਮ ਜੀ। ਪੁਆਇੰਟ ਨਾ ਸੀ ਇਹ ਪੁਆਇੰਟ ਮੈਂ ਨਹੀਂ ਲਾਇਆ ਨਾ ਤੇ ਮੈਂ 1 ਮੀਟਰ ਤੋਂ ਬਾਅਦ ਮੇਰਾ ਇਹ ਵੇਖੋ 1 ਮੀਟਰ ਤੋਂ ਥੱਲੇ ਜਾਣਾ ਵਾ ਤੇ ਮੇਰੀ ਕੰਡੀਸ਼ਨ ਖਤਮ ਹੋ ਜਾਂਦੀ ਹੈ। ਜੋ ਹੀ ਮੈਂ ਇਹ ਪੁਆਇੰਟ ਐਡ ਕਰਨਾ ਹੈ ਵਾਲਾ ਤੇ ਮੇਰੀ ਕੰਡੀਸ਼ਨ ਫਿਰ ਐਕਟਿਵ ਹੋ ਗਈ। ਹੁਣ ਇਹ ਕੰਡੀਸ਼ਨ ਮੇਰੀ ਕਿਹੜੀ ਐਕਟਿਵ ਹੋਈ ਹੈ ਕਿਉਂਕਿ ਇਹ 1 ਮੀਟਰ ਤੋਂ ਵੱਧ ਗਿਆ ਵੇ ਤੇ ਮੇਰੀ ਸਲੋਪ ਕਿਹੜੀ ਲੈ ਰਿਹਾ ਵੇ 50% ਯਾਨੀ 1:2 ਜੀ ਯਾਨੀ ਕਿ ਮੇਰਾ ਮਤਲਬ ਇਹ ਵੇ ਕਿ ਇਹ ਜਿਹੜਾ ਪੁਆਇੰਟ ਨਾ ਆ ਵਾਲਾ ਇਹ ਕੰਮ ਕਰਦਾ ਪਿਆ ਠੀਕ ਹੈ। ਤੇ ਹੁਣ ਮਸਲਾ ਇਹ ਵੇ ਕਿ ਅਗਰ ਮੇਰੀ ਇੱਥੇ ਇਹਨੂੰ ਮੈਂ ਫਿਕਸ ਕਰ ਦੇਣਾ ਇਸ ਜਗ੍ਹਾ ਦੇ ਉੱਪਰ ਤੇ ਮੇਰੀ ਇਸ ਤੋਂ ਬਾਅਦ ਇੱਕ ਥਰਡ ਕੰਡੀਸ਼ਨ ਵੀ ਹੈ ਨਾ ਇੱਕ ਜੀ ਜੀ ਉਹ ਕੰਡੀਸ਼ਨ ਕਿਹੜੀ ਹੈ ਕਿ ਭਾਈ ਅਗਰ 3 ਮੀਟਰ ਤੋਂ ਇਨਕਰੀਜ਼ ਹੋ ਜਾਵੇ ਨਹੀਂ ਗੱਲ ਸਮਝ ਆ ਰਹੀ ਆ ਰਹੀ ਸਰ ਇੱਥੇ ਉਹੀ ਸੀਕੁਐਂਸ ਫਿਰ ਫਾਲੋ ਹੋਣਾ ਵੇ ਜਿਹੜਾ ਮੈਂ ਤੁਹਾਨੂੰ ਸਮਝਾਇਆ ਕਿ ਕਾਰਨ ਦੇ ਵਿੱਚ ਗੱਲ ਕੀਤੀ ਨਾ ਅਗਰ ਦੇ ਵਿੱਚ ਫਿਰ ਅਗਰ ਦੇ ਵਿੱਚ ਫਿਰ ਅਗਰ ਹੁਣ ਇਹਦਾ ਇੱਥੇ ਮਤਲਬ ਸਰ ਜੀ ਇੱਕ ਹੋਰ ਡਿਸੀਜਨ ਵੀ ਸੁੱਟਣਾ ਪੈਦਾ ਹਾਂਜੀ ਇੱਕ ਹੋਰ ਵਿੱਚ ਡਿਸੀਜਨ ਸੁੱਟਣਾ ਪਏਗਾ ਠੀਕ ਹੈ ਨਾ। ਹੁਣ ਤੁਸੀਂ ਇੱਕ ਚੀਜ਼ ਨੋਟ ਕਰਨੀ ਹੈ ਆਪਣੀ ਕੰਡੀਸ਼ਨ ਨੂੰ ਵੇਖਣਾ ਵੇ
ਹੈਲੋ ਇਹ ਬੜੇ ਸਿੰਪਲ ਤਰੀਕੇ ਨਾਲ ਡਿਸੀਜਨ ਲਾ ਰਿਹਾ ਵਾਂ, ਹੋਰ ਬੜੇ ਤਰੀਕੇ ਦੇ ਐਡਵਾਂਸ ਕੰਮ ਕਰਨ ਦੇ, ਮਗਰ ਦੇਖੋ ਮਕਸਦ ਇਹ ਵੇ ਕੰਮ ਹੋਣਾ ਚਾਹੀਦਾ ਵੇ, ਠੀਕ ਹੈ ਨਾ। ਬਹੁਤਾ ਐਡਵਾਂਸ ਕਰਦਿਆਂ ਬੰਦਾ ਵਸਤ ਨੂੰ ਫੜਿਆ ਰਵੇ, ਇਹ ਵੀ ਕੋਈ ਅਕਲਮੰਦੀ ਨਹੀਂ। ਮੈਂ ਇਹ 'ਤੇ ਹੋਰ ਥੱਲੇ ਆ ਵੈਰੀਏਬਲ ਕ੍ਰੀਏਟ ਕਰਾਂਗੇ, ਇਹ ਕਰਾਂਗੇ ਇਨਸ਼ਾਅੱਲਾ, ਲੇਕਿਨ ਤੁਸੀਂ ਇੰਨਾ ਕੁ ਥੋੜ੍ਹਾ ਜਿਹਾ ਕਰ ਲਵੋ, ਫਿਰ ਅੱਗੇ ਅਸੀਂ ਮਜ਼ੀਦ ਜਿਹੜਾ ਨਾ ਹੋਰ ਅਸੀਂ ਅੱਗੇ ਨੂੰ ਕਰਾਂਗੇ, ਠੀਕ ਹੈ ਨਾ। ਹੁਣ ਵੇਖੋ ਇਹ ਕੰਡੀਸ਼ਨ ਮੇਰੀ ਫਾਲਸ ਹੋ ਜਾਣੀ ਹੈ ਜਿਸ ਵਕਤ ਮੈਂ ਜਾਣਦਾ ਇੱਥੇ ਇਹ, ਹਾਲੇ ਤੱਕ ਮੇਰੀ ਇੱਕ ਹੀ ਕੰਡੀਸ਼ਨ ਚੱਲ ਰਹੀ ਹੈ ਜੀ 1 ਮੀਟਰ 1 ਨਾਲ -1 ਦੇਖਣਾ ਸੌਫਟਵੇਅਰ ਦਾ ਮਸਲਾ ਬਣ ਗਿਆ ਨਾ, ਉਹ ਨਹੀਂ ਲੈ ਰਿਹਾ ਹੁਣ, ਠੀਕ ਹੈ ਨਾ, ਕਿਉਂਕਿ ਫਲੋ ਚਾਰਟ ਠੀਕ ਹੈ ਫਿਲ 1:, ਬਾਹਰ ਆ। ਚਲੋ ਹੁਣ ਅਗਰ ਮੈਂ ਇਹਨੂੰ ਡਿਸੀਜਨ ਨੂੰ ਲਾਵਾਂ ਇੱਥੋਂ, ਫਰਜ਼ ਕਰੋ ਇਹ ਲੈ ਰਿਹਾ, ਠੀਕ ਹੈ, ਇਹ ਡਿਸੀਜਨ ਨਾਲ ਲੱਗਣ ਦਾ ਐਰਰ ਹੈ, ਠੀਕ ਹੈ ਨਾ। ਅੱਛਾ ਜੀ, ਹੁਣ ਇਹ ਮੇਰਾ ਡਿਸੀਜਨ ਲੱਗ ਗਿਆ। ਇੱਥੇ ਹੁਣ ਤੁਸੀਂ ਚੈੱਕ ਕਰਨਾ ਕਿ ਤੁਹਾਡੀ ਕੰਡੀਸ਼ਨਾਂ ਕਿਤੇ ਫਿਲ ਅਪ ਹੋ ਰਹੀਆਂ। ਹੁਣ ਮੇਰੀਆਂ ਲਾਸਟ 2 ਕੰਡੀਸ਼ਨਾਂ ਬਾਕੀ ਨੇ, ਕਿ 1 ਮੀਟਰ ਤੋਂ ਜ਼ਿਆਦਾ ਹੋਵੇ ਤੇ ਉਹ 3 ਮੀਟਰ ਤੱਕ ਹੋਵੇ 3 ਮੀਟਰ ਤੱਕ ਹੋਵੇ, ਠੀਕ ਹੈ ਨਾ। ਇੱਥੇ ਮੈਂ ਹੁਣ ਜਿਹੜਾ ਇਹ ਡਿਸੀਜਨ ਹੈ ਨਾ, ਇਹਨੇ ਕੀ ਚੈੱਕ ਕਰਨਾ ਹੈ, ਇਹਨੇ ਉਹ ਕੁਝ ਚੈੱਕ ਕਰਨਾ ਹੈ P2 ਡਾਟ y ਮਾਈਨਸ AP1 ਡਾਟ y greater than ਕਿਸ ਤੋਂ ਹੋਵੇ, ਨਹੀਂ ਸੌਰੀ 3 ਤੋਂ ਨਹੀਂ, ਇਸਨੇ less than equal 3 ਮੀਟਰ 3 ਮੀਟਰ। ਹੁਣ ਇੱਥੇ ਇੱਕ ਮਸਲਾ ਹੋਰ ਬਣ ਜਾਣਾ, ਉਹ ਕੀ ਮਸਲਾ ਬਣਨਾ, ਉਹ ਇਹ ਬਣਨਾ ਵੇ ਕਿ ਸਾਡਾ 1 ਮੀਟਰ ਜਿਹੜਾ ਵੇ ਨਾ, ਉਹਦੇ ਆਲਰੇਡੀ ਜਿਹੜਾ ਵੇ ਉਹ ਕੀ ਵੇ, ਉਹਦੇ 3 ਮੀਟਰ ਤੋਂ ਘੱਟ ਹੈ ਜੀ। ਅਗਰ ਮੈਂ ਇੱਥੇ ਕਹਿੰਦਾ ਹਾਂ -1 ਮੀਟਰ, ਇਟ ਮੀਨ ਕਿ ਮੇਰੀ ਜਿਹੜੀ ਉਹ 1 ਮੀਟਰ ਵਾਲੀ ਕੰਡੀਸ਼ਨ ਹੈ ਉਹ ਤਾਂ ਨਹੀਂ ਲੱਗਣੀ। ਚੈੱਕ ਕਰਕੇ ਵੇਖ ਲਓ, ਅਗਰ ਮੈਂ ਕੰਡੀਸ਼ਨ ਲਗਾਉਣਾ ਮੈਂ ਉੱਥੇ, ਉਹ ਮੇਰੀ ਸਲੋਪ 1:4 ਆ ਰਹੀ ਹੈ, ਐਵੇਂ ਮੈਂ 50% ਕਰਾਂਗਾ ਤੇ ਦੇਖਣਾ ਜਿਹੜੀ ਮੇਰੀ ਇਹ ਕੰਡੀਸ਼ਨ ਨਾ, ਇਹ ਵਾਲੀ ਇਹ ਤਾਂ ਉਹਨੇ ਚੁੱਕਣੀ ਨਹੀਂ ਹੈ, ਕਿਉਂਕਿ ਇਹ 1 ਮੀਟਰ ਹੈ, 3 ਮੀਟਰ ਤੋਂ ਘੱਟ ਵੇ ਨਾ। ਜੀ ਅਸੀਂ ਤਾਂ ਸਾਰਾ ਹੀ ਸਰ ਜੀ 0 ਤੋਂ ਲੈ ਕੇ 3 ਤੱਕ ਲੈ ਲਿਆ, ਫਿਰ ਉਹ ਮਿਸਟੇਕ ਆ ਜਾਣੀ ਆ ਜਾਣੀ। ਲਿਹਾਜ਼ਾ ਮੈਂ ਇਹ ਚਾਹੁੰਦਾ ਵਾਂ ਕਿ ਅਗਰ ਮੇਰਾ ਡਿਸੀਜਨ ਜਿਹੜਾ ਵੇ ਨਾ 1 ਮੀਟਰ ਤੱਕ ਹੋਵੇ ਤੇ ਉਹ ਇਹ ਕੰਮ ਕਰੇ, ਉਹਦੇ ਵਾਸਤੇ ਵੇਖੋ ਇਹ ਜਿਹੜਾ ਡਿਸੀਜਨ ਹੈ ਨਾ, ਇਹ ਵਾਲਾ 1 ਵਾਲਾ, ਇਹਨੇ 1 ਮੀਟਰ ਕਰਨਾ ਵੇ। ਹੁਣ ਮੈਂ ਇਹਨੂੰ ਕਹਿੰਦਾ ਪਿਆ ਇਹ ਲੈਸ ਦੈਨ ਇਕੁਅਲ 3 ਮੀਟਰ ਹੈ। ਅਸੀਂ ਚੈੱਕ ਕਰ ਰਹੇ ਹਾਂ ਕੀ ਰਿਜ਼ਲਟ ਨਿਕਲਦਾ ਵੇ। ਇੱਥੇ ਮੈਂ ਕਹਿੰਦਾ ਜਨਾਬੇ ਰੀਡ ਟਰੂ ਦੇ ਵਿੱਚ ਕੀ ਹੈ, ਇੱਥੇ ਪੁਆਇੰਟ ਲੱਗ ਗਿਆ ਇੱਕ ਹੋਰ, ਇਹ ਪੁਆਇੰਟ ਆ ਗਿਆ, ਠੀਕ ਹੈ। ਇਹ ਪੁਆਇੰਟ ਲੱਗਣਾ ਵੇ ਕਿੱਥੋਂ, ਸਲੋਪ ਟੂ ਸਰਫੇਸ ओरिजिन P2 ठीक है -50%। ऐसा देखिए सरफेस कर सा स्लोप टू सरफेस ही है ना जी जी, ये देखो -50%, ठीक है। डेल्टा अब स्लोप टू सरफेस, ठीक है, माइनस NGL L 50%, ठीक है। ਇਹ ਵੇਖੋ ਹੁਣ ਇਹ ਜਿਹੜਾ 1 ਮੀਟਰ ਤੱਕ ਵੇ ਨਾ, ਵੇਖੋ ਇਹ 1 ਮੀਟਰ ਤੱਕ ਮੇਰੀ ਉਹੀ ਸਲੋਪ ਚੱਲਦੀ ਪਈ ਹੈ ਨਾ ਜੀ। ਇਹ ਸਲੋਪ ਮੇਰੀ ਕੀ ਹੈ 1:4, ਕਿਉਂਕਿ ਇਹ ਜਿਹੜਾ ਡਿਸੀਜਨ ਹੈ ਨਾ ਉਹਨੇ ਨੂੰ ਕੰਟਰੋਲ ਕੀਤਾ ਹੋਵੇ। 1 ਮੀਟਰ ਤੋਂ ਘੱਟ ਵੇ ਨਾ ਇਹ ਚੀਜ਼ ਦੇ ਰਿਹਾ, ਤੇ ਇਹਦੇ ਫਾਲਸ ਦੇ ਵਿੱਚ ਮੈਂ ਫਿਰ ਡਿਸੀਜਨ ਲਾਤਾ। ਹੁਣ ਜਿਹੜਾ ਫਾਲਸ ਡਿਸੀਜਨ ਹੈ ਉਹ ਚੈੱਕ ਹੀ ਕਰ ਰਿਹਾ ਵੇ ਕਿ ਅਗਰ ਜਿਹੜਾ ਵੇ ਨਾ 3 ਮੀਟਰ ਤੱਕ ਵੇ, ਠੀਕ ਹੈ, ਤੇ ਸਲੋਪ ਕੀ ਹੋਣੀ ਚਾਹੀਦੀ ਹੈ 1:2। ਅਗਰ ਜੋ ਹੀ ਇੱਥੋਂ -1.10 ਬਣਦਾ ਨਾ, ਮੇਰੀ ਸਲੋਪ ਚੇਂਜ ਹੋ ਜਾਣੀ ਹੈ। ਚੇਂਜ ਹੋ ਗਈ ਨਾ ਸਲੋਪ ਜੀ। ਹੈਲੋ
1:2 ਹੋ ਗਈ ਹੈ। ਠੀਕ ਹੋ ਗਿਆ ਸਰ। ਇੱਥੇ ਮੇਰਾ ਜਿਹੜਾ ਡਿਸੀਜਨ ਹੈ ਨਾ ਉਹ ਖਤਮ ਹੋ ਰਿਹਾ ਵੇ। ਖਤਮ ਹੋਣ ਤੋਂ ਮੁਰਾਦ ਇਹ ਮੇਰੀ 1 ਮੀਟਰ ਦੀ ਕੰਡੀਸ਼ਨ ਮੈਚ ਹੋ ਰਹੀ ਹੈ, ਇਹ ਮੇਰੀ ਹੋ ਰਹੀ ਹੈ 3 ਮੀਟਰ ਤੱਕ, ਠੀਕ ਹੈ ਨਾ। ਜੀ ਹੁਣ 3 ਮੀਟਰ ਤੱਕ ਤੇ ਇਹਨੇ ਇਹ ਕਰ ਛੜਿਆ, ਠੀਕ ਹੈ ਨਾ। 3 ਮੀਟਰ ਜੀ। ਤੱਕ ਤੇ ਇਹਨੇ 1:2 ਕਰ ਦੇਣੀ ਹੈ, ਕਿਉਂਕਿ ਇਹ ਟ੍ਰਿਓ ਜੀ। ਹੋ ਰਹੀ ਹੈ ਨਾ, ਟ੍ਰਿਓ ਹੁੰਦੀ ਵੀ ਨਾ, ਟ੍ਰਿਓ ਜੀ। ਦੇ ਵਿੱਚ ਸਾਡੀ ਕਿੰਨੀ ਹੈ 1:3। Two। ਹੁਣ ਫਾਲਸ ਦੇ ਵਿੱਚ ਕੀ ਹੈ, ਫਾਲਸ ਦੇ ਵਿੱਚ ਉਹ ਕਹਿੰਦਾ ਹੈ ਕਿ ਅਗਰ 3 ਮੀਟਰ ਤੋਂ ਜ਼ਿਆਦਾ ਹੋ ਜਾਵੇ ਖਲਾਸ 1:1 ਕਰ ਦਿਓ, ਜਿੰਨੀ ਮਰਜ਼ੀ ਹੋਵੇ। ਇੱਥੇ ਨੂੰ ਮੈਂ ਕਲੋਜ਼ ਕਰ ਰਿਹਾ ਵਾਂ, ਅਸੀਂ ਅੱਗੇ ਮਜ਼ੀਦ ਵਧਾ ਸਕਦੇ ਹਾਂ, ਜੀ ਜੀ ਮਸਲਨ ਬੈਂਚ ਵੀ ਲਾ ਸਕਦੇ ਹਾਂ, ਹੋਰ ਵੀ ਕੰਮ ਕਰ ਸਕਦੇ ਹਾਂ, ਲੇਕਿਨ ਮੈਂ ਇੱਥੇ ਕਲੋਜ਼ ਕਰ ਰਿਹਾ ਤਾਂ ਕਿ ਦਿਮਾਗ ਜ਼ਿਆਦਾ ਜਿਹੜਾ ਡਿਸਟਰਬ ਨਾ ਹੋਵੇ, ਠੀਕ ਹੈ ਨਾ। 1:1 ਹੁਣ ਵੇਖੋ ਇੱਥੇ ਸਲੋਪ में ਕੀ ਲਾਣਾ, ਇੱਥੇ ਮੈਂ ਹੁਣ ਇੱਥੇ ਇੱਕ ਪੁਆਇੰਟ ਲਾ ਦਿਆਂਗਾ ਮੈਂ, ਠੀਕ ਹੈ। ਪੁਆਇੰਟ ਲਾ ਕੇ ਤੇ ਮੈਂ ਜਨਾਬ ਜੀ ਆਪਣੇ ਡਿਸੀਜਨ ਨੂੰ ਮੁਕੰਮਲ ਕਰ ਦੇਵਾਂਗਾ। ਸਿੰਪਲ ਡਿਸੀਜਨ ਜਨਾਬ ਜੀ, ਜਿਹਦੇ ਵਿੱਚ ਕੋਈ ਅਸੀਂ ਐਕਸਟਰਾ ਕੰਮ ਨਹੀਂ ਕੀਤਾ, ਇੱਕ ਸਿੰਪਲ ਜਿਹਾ ਜਿਹਦੇ ਵਿੱਚ ਸਲੋਪ ਟੂ ਸਰਫੇਸ, ਠੀਕ ਹੈ, ਫਰੋਮ ਪੀਕ ਟੂ, ਠੀਕ ਹੈ, ਸਰਫੇਸ NGL 1:1 लेना, यानी कि 100%, ठीक है। हेलो जो ही मैं इतने जाना वा 2.5 मीटर से मेरी स्लोप आई रहनी -2.90 स्लोप मेरी है ही है। जो ही मैं जाना जनाबे 3 मीटर क्रॉस करना -3.01। हेलो ठीक हो गया जी शाहजेब भाई को समझ आई गल दी कि नहीं? जी सर आई है। मसलन ਇਹਦਾ ਮਤਲਬ ਸਰ ਜੀ ਡਿਸੀਜਨ ਸਾਡਾ ਠੀਕ ਲੱਗਾ ਫਿਰ। हाँ जी डिसीजन ठीक लगे ना। असल देखो डिसीजन ਨੂੰ ਜਿਹੜੀ ਚੀਜ਼ ਦਿੱਤੀ ਹੈ ਨਾ ਉਹਦੀ ਟਰੂ ਵੈਲਿਊ ਨੂੰ ਕੰਟਰੋਲ ਕਰਦਾ ਪਿਆ ਨਾ, ਉਹ ਟਰੂ ਨੂੰ ਉਹ ਜੀ। ਕੰਟਰੋਲ ਕਰ ਰਿਹਾ। ਮੇਰਾ ਪਹਿਲਾ ਡਿਸੀਜਨ ਸੀ ਮਤਲਬ ਹਰ ਡਿਸੀਜਨ ਇੱਕ ਕੰਮ ਕਰ ਰਿਹਾ। ਜੀ। ਇਹ ਡਿਸੀਜਨ ਸੀ ਇਹਨੇ ਕਿਹਾ ਫਿਲ ਲੈਣੀ ਹੈ ਤੇ ਕੱਟ, ਜੀ ਜੀ ਠੀਕ ਹੈ ਨਾ। ਮੈਂ ਫਿਲ 'ਚ ਗਿਆ ਵਾਂ, ਇਹਨੇ ਚੈੱਕ ਕੀਤਾ ਵੇ ਵੀ 1 ਮੀਟਰ ਤੱਕ ਵੇ, ਤੇ ਜਿਹੜੀ ਟਰੂ ਵੇ ਨਾ ਉਹਨੇ ਯੂਜ਼ ਕਰ ਲਈ ਹੈ। ਜਿਹੜੀ ਫਾਲਸ ਵਿੱਚ ਮੈਂ ਕੰਡੀਸ਼ਨ ਕੋਈ ਦਿੱਤੀ ਨਹੀਂ ਹੈ, ਫਾਲਸ ਦੇ ਵਿੱਚ ਫਿਰ ਮੈਂ ਉਹਨੂੰ ਕਹਿ ਦਿੱਤਾ ਕਿ ਫਿਰ ਚੈੱਕ ਕਰ। ਉਹੀ ਗੱਲ ਕੰਨ 'ਚ ਵਾਲੀ, ਜੇ ਉਹ ਨਾ ਹੋਇਆ ਤੇ ਉਹ ਕਰ ਲਈ, ਜੇ ਉਹ ਨਾ ਹੋਇਆ ਤੇ ਉਹ ਕਰ ਲਈ। ਫਾਲਸ ਦੇ ਵਿੱਚ ਜੀ। ਫਿਰ ਮੈਂ ਉਹਨੂੰ ਕਿਹਾ ਵੇ ਫਿਰ ਚੈੱਕ ਕਰ ਬਈ ਕਿ ਡਾਟ ਵਾਈ ਮਾਈਨਸ AB ਡਾਟ ਵਾਈ, ਠੀਕ ਹੈ 3 ਅੱਗੋਂ। ਫਿਰ ਜਿਹੜਾ ਇਹਦਾ ਟਰੂ ਸੀ ਨਾ ਮੈਂ ਉਹਦੇ 'ਚ ਉਹਨੂੰ ਬਾਉਂਡ ਕਰ ਦਿੱਤਾ। ठीक हो ਨਹੀਂ ਸਮਝ ਆਈ ਗੱਲ ਦੀ, ਯਾਨੀ ਮੈਂ ਟਰੂ ਨੂੰ ਮੈਂ ਡਿਸੀਜਨ ਲਾ ਕੇ ਟਰੂ ਦੇ ਵਿੱਚ ਆਪਣੀ ਕੰਡੀਸ਼ਨ ਨੂੰ ਅਪਲਾਈ ਕਰੀ ਜਾ ਰਿਹਾ ਤੇ ਫਾਲਸ ਨੂੰ ਬਲੈਂਕ ਛੱਡ ਰਿਹਾ ਵਾਂ। ਕਿਸ ਵਾਸਤੇ? ਕਿਉਂਕਿ ਮੇਰੀ ਕੰਡੀਸ਼ਨ ਅੱਗੇ ਚੇਂਜ ਹੋ ਰਹੀ ਹੈ। ਜਿਸ ਜਗ੍ਹਾ ਤੇ ਆ ਕੇ ਮੈਨੂੰ ਪਤਾ ਹੈ ਕਿ ਮੇਰੇ ਹੁਣ ਕੰਡੀਸ਼ਨ ਖਤਮ ਹੋ ਗਈ ਹੈ, ਉੱਥੇ ਮੈਂ ਫਾਲਸ ਨੂੰ ਖਤਮ ਕਰ ਦੇਣਾ। ठीक हो गया सर। ਸਮਝ ਆਈ ਸ਼ਾਹਜ਼ੇਬ ਭਾਈ? ਸਰ ਜੀ ਡਿਸੀਜਨ ਦੇ ਅੰਦਰ ਅਸੀਂ ਇਹ ਨਹੀਂ ਲਿਖ ਸਕਦੇ ਕਿ ਯਾਨੀ ਜਿਹੜਾ ਅਸੀਂ ਪਿੱਛੇ ਕੰਡੀਸ਼ਨ ਲਾ ਦਿੱਤੀ ਹੈ, ਠੀਕ ਹੈ, ਹਮ। ਉਹ ਸਾਡੀ 1:4 ਦੀ ਸਲੋਪ ਸੀ 1 ਮੀਟਰ ਤੱਕ। ਉਹ ਫਿਰ ਅੱਛਾ। ਅੱਗੇ ਅਸੀਂ ਉਹਨੂੰ ਇਹ ਨਹੀਂ ਦੇ ਸਕਦੇ ਕਿ ਡਿਸਟੈਂਸ 1 ਤੋਂ ਲੈ ਕੇ ਗ੍ਰੇਟਰ ਦੈਨ 3 ਤੱਕ ਉਹਦੇ ਅੰਦਰ ਇਹ ਦੂਸਰੀ ਸਲੋਪ ਲਾਵੇ। ਮਸਲਨ ਕਿਸ ਤਰ੍ਹਾਂ? ਸਰ ਜੀ ਡਿਸੀਜਨ ਨੂੰ ਜਿਹੜਾ ਥੱਲੇ ਲਾਇਆ ਨਾ ਉਹਨੂੰ ਜ਼ਰਾ ਕਲਿੱਕ ਕਰੋ ਨਾ, ਅੰਦਰ ਫਿਲ ਦੇ ਅੰਦਰ ਹੀ ਇਹ ਵਾਲਾ ਪਹਿਲਾ ਜੀ ਕਿ ਜੀ ਪਹਿਲਾ ਕਿ ਦੂਸਰਾ? ਬਿਲਕੁਲ ਠੀਕ ਹੈ ਸਰ ਜੀ, ਨਹੀਂ ਇਹੋ ਹੀ। ਅੱਛਾ ਜੀ, ਦੂਸਰੇ ਨੂੰ ਸਰ ਜੀ ਕਲਿੱਕ ਕਰੋ, ਦੂਸਰੇ ਡਿਸੀਜਨ ਨੂੰ ਇਹ ਲਓ। ਥੱਲੇ ਵਾਲੇ ਨੂੰ ਜੀ। ਇਹਦੇ ਸਰ ਜੀ ਲਿਖਿਆ ਨਾ ਲੈਸ ਦੈਨ 3। ਅਸੀਂ ਇਹਦੇ ਜੇ ਨਹੀਂ ਲਿਖ ਸਕਦੇ ਕਿ 1 ਤੋਂ ਲੈ ਕੇ ਤੇ ਗ੍ਰੇਡ ਯਾਨੀ ਪਿਛਲੇ ਚ ਅਸੀਂ ਸਰ ਜੀ 1 ਲਾ ਲਿਆ ਨਾ, ਠੀਕ ਹੈ ਨਾ, 1 ਮੀਟਰ ਡਿਸਟੈਂਸ ਹੈ ਨਾ। ਹੁਣ ਅਸੀਂ 1 ਤੋਂ ਲੈ ਕੇ 3 ਤੱਕ ਨਹੀਂ ਇਹਨੂੰ ਦੇ ਸਕਦੇ ਡਿਸੀਜਨ ਕੰਡੀਸ਼ਨ। ਅਸੀਂ ਉਹਨੂੰ ਦੇ ਸਕਦੇ ਹਾਂ। ਉਹ ਜਿਹੜੇ ਇਹ ਨਾ ਜਿਹੜੇ ਸਾਡੇ ਮੈਥਮੈਟਿਕਸ ਆਪਰੇਟਰ, ਠੀਕ ਹੈ ਨਾ, ਜੀ ਉਹ ਥੋੜ੍ਹਾ ਜਿਹਾ ਉਹਨਾਂ ਦਾ ਐਡਵਾਂਸ ਯੂਜ਼ ਹੈ, ਠੀਕ ਹੈ ਨਾ। ਅੱਛਾ ਮਸਲਾ ਇਹ ਹੈ ਕਿ ਉਹ ਕਰਾਂਗੇ, ਠੀਕ ਹੈ ਨਾ। ਤੁਸੀਂ ਇਹ ਤੋਂ ਵੀ ਜਾਵੋ, ਇਹ ਤੁਹਾਡਾ ਇਹ ਸਵਾਲ ਕਰਨਾ ਇਸ ਚੀਜ਼ ਦੀ ਦਲੀਲ ਹੈ। ਜਿਹੜਾ ਮੈਂ ਘੰਟਾ ਖਪਿਆ ਤੁਹਾਨੂੰ ਸਮਝ ਆ ਗਈ ਹੈ, ਤਾਂ ਤੁਸੀਂ ਅੱਗੇ ਪੁੱਛਿਆ। ਜੇ ਮੈਂ ਉਹ ਸ਼ੁਰੂ ਕਰ ਦੇਣਾ ਤਾਂ ਇਹਦੀ ਸਮਝ ਕੋਈ ਨਹੀਂ ਸੀ ਆਉਣੀ। ਜੀ ਜੀ ਠੀਕ। ਮਸਲਨ ਚੀਜ਼ਾਂ ਹੋਰ ਬੜੇ ਤਰੀਕੇ ਨਾਲ ਹੁੰਦੀਆਂ ਨੇ। ਇਹ ਮਸਲਨ ਤੁਸੀਂ ਇਹਨਾਂ ਨਾਲ ਕਰਨ ਲੱਗ ਪਵੋਗੇ ਨਾ,
ਫਿਰ ਆਟੋਮੈਟਿਕਲੀ ਤੁਹਾਡੇ ਜ਼ਿਹਨ 'ਚ ਖਿਆਲਾਤ ਪੈਦਾ ਹੋਣੇ ਸ਼ੁਰੂ ਹੋਣਗੇ। ਵੇਖੋ ਇਹ ਇਨਸਾਨ ਦਾ ਦਿਮਾਗ ਜਿਹੜਾ ਵੇ ਨਾ, ਇਹ ਚੀਜ਼ਾਂ ਨੂੰ ਵੇਖ ਕੇ ਸਿੱਖਦਾ। ਤੁਸੀਂ ਆਹ ਚੀਜ਼ ਵੇਖੀਏ, ਤੁਸੀਂ ਇਸ ਤੋਂ ਪਹਿਲਾਂ ਨਹੀਂ ਵੇਖੀ, ਜਾਂ ਹੋ ਸਕਦਾ ਵੇਖੀ ਹੋਵੇ ਬਣੀ ਦੀ, ਤੁਸੀਂ ਹੁਣ ਵੇਖੀਏ, ਸਮਝੀਏ, ਤੁਸੀਂ ਇਹਨੂੰ ਬਣਾਵੋਗੇ। ਜਦੋਂ ਤੁਸੀਂ ਇਹਨੂੰ ਖੁਦ ਬਣਾਉਣਾ ਨਾ, ਹਾਲੇ ਤੁਹਾਨੂੰ ਇੱਕ ਦਫਾ ਕਨਫਿਊਜ਼ਨ ਹੋਣੀ ਹੈ। ਹਾਲਾਂਕਿ ਤੁਸੀਂ 1 ਘੰਟਾ 1.5 ਘੰਟਾ ਅਸੀਂ ਖੱਪੇ ਹਾਂ, ਠੀਕ ਹੈ ਨਾ। ਤੁਸੀਂ ਜਦੋਂ ਤੁਸੀਂ ਜਿਹੜੀ ਚੀਜ਼ ਮੈਂ ਕੀਤੀ ਹੈ, ਤੁਸੀਂ ਸੇਮ ਇਸ ਤਰ੍ਹਾਂ ਹੀ ਕਰੋਗੇ ਨਾ, ਇੱਕ ਦਫਾ ਕਰੋਗੇ ਗਲਤ ਹੋਵੇਗੀ, 2 ਦਫਾ ਕਰੋਗੇ ਪਹਿਲਾ ਕੰਮ ਕਰੇਗਾ, ਤੀਸਰਾ ਨਹੀਂ ਕਰੇਗਾ, ਠੀਕ ਹੈ ਨਾ। ਉਹ ਜਿਹੜੀਆਂ ਚੀਜ਼ਾਂ ਨੇ ਉਹ ਥੋੜ੍ਹੀਆਂ ਐਡਵਾਂਸ ਲੈਵਲ ਦੀਆਂ ਨੇ। ਉਹਦੇ ਵਾਸਤੇ ਅੱਛੀ ਪ੍ਰੈਕਟਿਸ, ਅੱਛਾ ਇੱਕ ਪੂਰਾ ਮੈਥਮੈਟਿਕਸ ਥੋੜ੍ਹੀ ਬੰਦੇ ਨੂੰ ਸਮਝਣੀ ਚਾਹੀਦੀ ਹੈ। ਇਹਦੇ ਜਿਹੜੇ ਆਪਰੇਟਰਸ ਨੇ ਉਹਨਾਂ ਦਾ ਪਤਾ ਹੋਣਾ ਚਾਹੀਦਾ ਹੈ, ਠੀਕ ਹੈ। ਹੋ ਜਾਂਦਾ ਉਹ ਵੀ, ਮਗਰ ਅਸੀਂ ਉਹ ਇੰਨਾ ਕ੍ਰਿਟੀਕਲ ਕਰਨ ਦੀ ਕੀ ਜ਼ਰੂਰਤ ਹੈ ਕਿ ਮੈਂ ਇਹਦੇ ਵਿੱਚ ਸਾਰਾ ਕਲੋਜ਼ ਕਰਾਂ। ਜੇ ਮੈਂ ਇੱਕ ਵੱਧ ਲੱਗ ਗਿਆ ਮੇਰਾ, ਤੇ ਮੇਰਾ ਕੰਮ ਪਿਆ ਹੁੰਦਾ, ਤਾਂ ਬਿਹਤਰ ਇਹ ਨਹੀਂ ਕਿ ਮੈਂ ਇੱਥੇ ਕੋਈ ਸਾਲ 2 ਸਾਲ ਲਾ ਕੇ ਕੰਪਨੀ 'ਚ ਕੰਮ ਕਰਨਾ। ਜੀ ਜੀ, ਠੀਕ, ਕੀ ਖਿਆਲ ਹੈ? ਸਹੀ ਗੱਲ। ਮਸਲਨ ਬਜਾਏ ਇਹਦੇ ਕਿ ਤੁਸੀਂ ਉਹਨੂੰ ਜ਼ਿਆਦਾ ਆਪਰੇਟਰ ਯੂਜ਼ ਕਰਕੇ ਤੇ ਫਸਾ ਕੇ ਬਹਿ ਰਹੋ, ਤੇ ਉਹਦੋਂ ਬਿਹਤਰ ਨਹੀਂ ਗਿਆ 2 ਲਾ ਕੇ ਜਾਨ ਛਡਾਓ ਆਪਣੀ, ਤੇ ਜਿਹੜਾ ਕੋਈ 2 ਸਾਲ ਲੈਂਦਾ ਉਹ ਸਾਡੀ ਕੰਪਨੀ ਕੱਢ ਦੇਵੇ, ਬੰਦਾ ਕੰਮ ਨਹੀਂ ਸਹੀ ਕਰਦਾ। ਉਹ ਇਸ ਵਾਸਤੇ ਥੋੜਾ ਜ਼ਿਆਦਾ, ਅਗਰ ਜ਼ਿਆਦਾ ਕੰਮ ਹੈ ਨਾ, ਉਹਨੂੰ ਥੋੜਾ ਕਰੋਗੇ ਤਾਂ ਖਤਮ ਹੋ ਜਾਏਗਾ। ਅਗਰ ਇੱਕੋ ਵਾਰੀ ਬਾਤ ਪਾਣ ਲਓ, ਜੇ ਇਮਰਾਨ ਖਾਨ ਨੇ ਪਾਇਆ, ਸਾਰਾ ਗੰਦ ਮਕਾਨ ਲੱਗਿਆ, ਉਹ ਅੰਦਰ ਬਹਿ ਕੇ ਜਾ ਕੇ ਇਹਨੂੰ ਸਾਰੇ ਇਨਸ਼ਾਅੱਲਾ ਸੱਚੀ ਗੰਦ ਤਾਂ ਉਹਨੇ ਹੀ ਮਕਾਉਣਾ ਹੈ। ਗੰਦ ਨਹੀਂ ਮਕਾਉਣਾ, ਉਹਨੇ ਗੰਦ ਪਾਉਣਾ ਸੀ, ਉਹਨੇ ਪਾ ਛੜਿਆ ਸਾਰਾ। ਸਮਝ ਲੱਗੀ ਨਾ। ਉਹਨੂੰ ਸਾਰੇ ਸਮਝਾਉਂਦੇ ਹਨ, ਤਰੀਕੇ ਨਾਲ ਚੁੱਕ, ਤਰੀਕੇ ਨਾਲ ਚੁੱਕ। ਅਸੀਂ ਪਿੰਡਾਂ 'ਤੇ ਰਹਿਣ ਵਾਲੇ ਹਾਂ, ਸਿਆਣੇ ਬੀਬੀਆਂ ਜਿਹੜੀਆਂ ਨਾ ਗੋਹਾ ਦਾਵੜਾ ਭਰ ਕੇ ਨਹੀਂ ਚੁੱਕਦੀਆਂ ਹੈਗੀਆਂ, ਉਹ ਅੱਧਾ ਖਾਲੀ ਰੱਖਦੀਆਂ ਨੇ, ਕਿਉਂਕਿ ਉਹਨਾਂ ਨੂੰ ਦੂਰ ਰੂੜ 'ਚ ਸੁੱਟ ਕੇ ਆਉਣਾ ਹੁੰਦਾ ਵੇ। ਭਰ ਲੈਣਾ ਸਾਰਾ ਇੱਕੋ ਵਾਰੀ, ਉਹ ਆਪਣੇ ਸਿਰ 'ਤੇ ਚੋਂਦਾ ਜਾਂਦਾ। ਲੋ ਜੀ, ਮੈਨੂੰ ਇਜਾਜ਼ਤ ਜਨਾਬ ਹੁਣ। ਠੀਕ ਹੈ ਸਰ ਜੀ। ਸਰ ਜੀ, ਤੁਹਾਨੂੰ ਇੱਕ ਫਾਈਲ ਹੀ ਭੇਜਾਂਗਾ ਨਾ, ਉੱਥੋਂ ਜਿਹੜੀ ਆਈ ਅੱਜ ਦੁਬਈਓਂ। ਅੱਛਾ। ਤੇ ਉਹ ਜਿਹੜਾ ਮੈਂ ਤੁਹਾਨੂੰ ਅੱਗੇ ਦੱਸਿਆ ਸੀ, ਜਿਹੜੇ ਗ੍ਰਿਡ ਲੱਗਦੇ ਨੇ, ਤੇ ਗ੍ਰਿਡ ਜਿਹੜਾ 4 ਪੁਆਇੰਟ ਹੁੰਦੇ ਨਾ, ਮੁਸ਼ਕਲ ਗ੍ਰਿਡ ਤਾਂ ਉਹਨੇ ਲਾਏ ਨੇ 24 ਤੇ, ਯਾਨੀ ਉਹ ਤਾਂ ਮੁਸ਼ਕਲ ਨਹੀਂ ਸਰ ਜੀ, ਉਹ ਸਰਫੇਸ ਨੂੰ ਸਿਲੈਕਟ ਕਰਕੇ ਤੇ ਹੋ ਜਾਂਦਾ। ਲੇਕਿਨ ਫਿਰ ਜਿਹੜਾ ਉਹਨੇ ਉਹਦਾ ਏਰੀਆ ਦਿੱਤਾ ਨਾ, ਉਹ 200 ਮੀਟਰ ਜਾਂ 100 ਮੀਟਰ ਦੀ ਪੋਲੀ ਲਾਈਨ ਲੱਗੀ ਹੈ ਵਿੱਚ, ਉਹਦਾ ਮੁਸ਼ਕਲ ਨਹੀਂ। ਤੁਸੀਂ ਘੱਲਿਓ, ਇਨਸ਼ਾਅੱਲਾ ਕੱਲ੍ਹ ਵੇਖ ਲਵਾਂਗੇ, ਠੀਕ ਹੈ। ਤੇ ਹੁਣ ਤੁਹਾਡਾ ਕੰਮ ਕੀ ਹੈ, ਜਿਹੜਾ ਤੁਹਾਡਾ ਹੋਮਵਰਕ ਹੈ ਨਾ, ਤੁਸੀਂ ਇਹ ਮੈਨੂੰ ਕੰਪਲੀਟ ਕਰਕੇ ਦੋਵਾਂ ਨੇ ਫਾਈਲ ਕਰਨੀ ਹੈ। ਕੱਟ ਮੈਂ ਰਹਿਣ ਦਿੱਤੀ ਸਾਰੀ ਨਾ, ਕੱਟ 'ਚ ਮੈਂ ਕੁਝ ਨਹੀਂ ਕੀਤਾ ਹੈਗਾ। ਤੁਸੀਂ ਇਹ ਫਾਈਲ ਤੁਹਾਨੂੰ ਮੈਂ ਕੋਈ ਨਹੀਂ ਕਰਨੀ, ਠੀਕ ਹੈ। ਸ਼ਾਜ਼ੇ ਭਾਈ, ਤੁਸੀਂ ਹੁਣ ਇਹ ਵੀ ਕੰਮ ਕਰਨਾ ਜਨਾਬ। ਇਹ ਤੁਹਾਡਾ ਕੰਮ ਵੱਧਦਾ ਜਾਂਦਾ ਪਿਆ, ਤੁਸੀਂ ਨਾ ਪਿੱਛੇ ਰਹਿ ਗਏ। ਹੁਣ ਇਹ ਵੀ ਕੰਮ ਕਰਨਾ ਤੇ ਮੈਂ ਅੱਗੇ ਚੱਲਣਾ, ਵਰਨਾ ਮੈਂ ਇੱਥੇ ਰੁਕਿਆ ਰਹਿਣਾ ਵੇ। ਇਹ ਜਿਹੜਾ ਤੁਹਾਡਾ ਕੰਮ ਸੀ ਨਾ, ਇਹ ਵਾਲਾ, ਇਹ 2 ਕੰਮ ਤੁਸੀਂ ਮੈਨੂੰ ਕਰਕੇ ਘੱਲਣੇ ਨੇ, ਠੀਕ ਹੈ। ਇੱਕ ਹੈ ਫਾਈਲ ਵਾਲਾ, ਇੱਕ ਇਹ ਵਾਲਾ। ਆਸਾਨਾ ਫਿਰ ਅੱਗੇ ਚੱਲਣਾ ਅਸਾਂ, ਠੀਕ ਹੈ ਨਾ ਮੇਰਾ ਭਾਈ। ਹਾਂਜੀ। ਤੇ ਆਪਣਾ ਰਸ਼ਦ ਸਾਹਿਬ, ਇੱਕ ਛੋਟੀ ਜਿਹੀ ਹੈਲਪ ਚਾਹੀਦੀ, ਰਿਕਾਰਡਿੰਗ ਕਲੋਜ਼ ਹੋ ਗਈ। 1 ਸੈਕਿੰਡ ਰਿਕਾਰਡਿੰਗ ਜਨਾਬ ਲਈ ਮੈਂ ਕਲੋਜ਼ ਕਰ ਦੇਣਾ। ਇਹ ਜਿਹੜੀਆਂ ਗੱਲਾਂ ਕਰ ਰਹੀਆਂ ਨੇ, ਇਹ ਸਾਰੀਆਂ YouTube 'ਚ ਜਾਣੀਆਂ। 1 ਮਿੰਟ।